भाग 30। मरते मुजाहिद संत जरनैल सिंह जी खालसा पिंडरावाले। वाहिगुरू जी का खालसा, वाहिगुरू जी की फतेह। मरदे मुजाहिद दा अज साडा 30वां एपीसोड है, 30वां अध्याय। 29 घंटे असी बाबा जरनैल सिंह जी की कुर्बानी बारे असी गल कर चुके हैं, उन्होंने शहादत बारे असी गल कर चुके हैं। ते 4 जून का दिहाड़ा, 4 जून 1984 का, जदों असी देखते हैं कि एक पासे वड्डी गिणती दे विच भारती फौज जदों ये मिथ के उत्थे बैठी है कि किवें ना किवें हर कीमत दे उत्ते, हर हरबा वरत के, हर ताकत वरत के श्री अकाल तखत साहिब तो असी ਸਿੰਘਾਂ ਨੂੰ बाहर कढ़ना ते उन्हां ਨੂੰ गिरफ्तार करना ते असी दुनिया दे मीडिया ਨੂੰ ਇਹ गल दिखाउणी है, इस तरीके नाल पेश करना कि आ बाबा जरनैल सिंह जिहड़ा लंगर दी इमारत उत्ते वड्डे दमगजे मारदा हुंदा सी कि हिंदुस्तान दी हुकूमत नूं ऐ कर देंगे, पंजाब दे विच ओ कर देंगे, आ रहा वो बाबा जरनैल सिंह तुहाडे सामने असी गिरफ्तार कर लिया। पर जिवें जिवें असी तुहानूं दस्सिया कि हिंद दी हुकूमत दा जिहड़ा मनसूबा वो अपना अमली रूप धारण करदा, उसे तरीके नाल बाबा जरनैल सिंह अते उन्हां दे सिंह चढ़दी कला दे विच हुंदे जांदे ने ते ਉਹ उन्ने ही जबरदस्त तरीके दे नाल इन्हां फौजां दा टाकरा करदे ने। कल असी जिथों गल छड्डी सी उत्थे भाई अमरजीत सिंह जिहड़े अकाल तखत दे खब्बे पासे एक उच्ची इमारत ते बने हुए मोर्चे दे विच टाकरा कर रहे ने फौज दा, ते ਉਹ बाबा जरनैल सिंह नाल गल्लां करदे ने ते बाबा जरनैल सिंह नूं दसदे ने कि किवें ਉਹ लोहा लै रहे ने पापियां दे नाल दुश्मन दी, किवें उन्हां नूं चाटा छका रहे। तां बाबा जरनैल सिंह भिंडरांवाले अमरजीत सिंह दीयां गल्लां सुण के होए ते फिर ਉਹਨੂੰ ਕਹਿਣ ਲੱਗੇ कि मैनूं लगदा कि ਜਿਹੜੀਆਂ ਗੱਲਾਂ मैं संगत ਦੇ ਨਾਲ ਅਕਸਰ ਕਰਦਾ ਰਹਿਣਾ, ਤੁਸੀਂ ਸਿੰਘ ਉਹਨਾਂ ਗੱਲਾਂ ਨੂੰ ਭੁਲਾਉਂਦੇ ਨਹੀਂ, ਯਾਦ ਰੱਖਦੇ ਹੋ, ਸਗੋਂ ਘੁੱਟ ਕੇ ਪੱਲੇ ਨਾਲ ਬੰਨ੍ਹਦੇ ਹੋ। ਉਹ ਕਹਿੰਦੇ ਸਿੰਘਾ ਜੇ ਇਸ ਵਾਰ ਮੁਨਾਸਿਬ ਮੌਕੇ ਤੇ ਖਾਲਸਾ ਪੰਥ ਨੇ ਰਲ ਮਿਲ ਕੇ ਮੌਕਾ ਸਾਂਭ ਲਿਆ ਤਾਂ ਫਿਰ ਖਾਲਸਾ ਰਾਜ ਦੇ ਝੰਡੇ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਜ਼ਰੂਰ ਝੂਲਣਗੇ ਤੇ ਇਹ ਰਾਜ ਹੋਵੇਗਾ ਵੀ ਜੁਗੋ ਜੁਗ ਅਟਲ। ਵਾਹਿਗੁਰੂ ਕਰੇ ਕਿ ਤੁਸੀਂ ਗੁਰੂ ਘਰ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਪੰਥ ਦੇ ਜਿਹੜੇ ਸਾਡੇ ਵੱਡੇ ਵਡੇਰੇ ਤੇ ਪੰਥ ਦੇ ਮਹਾਨ ਜਿਹੜੇ ਯੋਧੇ ਸ਼ਹੀਦਾਂ ਦੀ ਤਰ੍ਹਾਂ ਦੁਬਾਰਾ ਅਜਿਹੀਆਂ ਪੈੜਾਂ ਪਾ ਜਾਓ ਕਿ ਸਿੱਖ ਕੌਮ ਨੂੰ ਉਹਨਾਂ ਦੇ ਉੱਪਰ ਸਦਾ ਰਹਿੰਦੀ ਦੁਨੀਆ ਤੱਕ ਮਾਣ ਮਹਿਸੂਸ ਹੋਵੇ, ਗੌਰਵ ਮਹਿਸੂਸ ਹੋਵੇ। ਤੇ ਜਿਸ ਵੇਲੇ ਅਮਰਜੀਤ ਸਿੰਘ ਖੇਮਕਰਨ ਬਾਬਾ ਜਰਨੈਲ ਸਿੰਘ ਨੂੰ ਫਤਿਹ ਗਜਾਉਣ ਤੋਂ ਬਾਅਦ ਲੋੜ ਦੇ ਮੁਤਾਬਕ ਹਥਿਆਰ ਤੇ ਅਸਲਾ ਬਾਰੂਦ ਲੈ ਕੇ ਆਪਣੇ ਸਿੰਘਾਂ ਦੇ ਨਾਲ ਆਏ ਸਿੰਘਾਂ ਸਮੇਤ ਭਰੇ ਹੱਥੀਂ ਭੋਰੇ ਚੋਂ ਬਾਹਰ ਨਿਕਲ ਰਿਹਾ ਸੀ, ਤਾਂ ਬਿਲਕੁਲ ਉਸੇ ਵੇਲੇ ਭੋਰੇ ਦੇ ਦਰਵਾਜ਼ੇ ਅੱਗੇ ਪਹਿਰਾ ਦੇ ਰਹੇ ਇੱਕ ਸਿੰਘ ਵੱਲੋਂ ਇਹ ਕਹੇ ਜਾਣ ਤੇ ਕਿ ਕਿਉਂ ਸਿੰਘਾ, ਦੁਸ਼ਟਾਂ ਦਾ ਨਾਸ ਕਰਨ ਲਈ ਰਣਤੱਤੇ 'ਚ ਜੂਝਣ ਤੇ ਸ਼ਹੀਦੀਆਂ ਪਾਉਣ ਦੀ ਮਨੋ ਤਿਆਰੀ ਕਸ ਲਈ ਹੈ ਕਿ ਨਹੀਂ? ਆਹ ਵੇਖ, ਦਾਸ ਨੇ ਤਾਂ ਹੁਣੇ ਤੋਂ ਹੀ ਕਮਰਾ ਕੱਸਾ ਕਰ ਰੱਖਿਆ। ਤਾਂ ਅੱਗੋਂ ਅਮਰਜੀਤ ਸਿੰਘ ਖੇਮਕਰ ਨੇ ਜਵਾਬ ਦਿੰਦਿਆਂ ਕਿਹਾ ਸੀ ਕਿ ਸਿੰਘਾ ਤੂੰ ਤਾਂ ਆਪ ਸਿਆਣਾ, ਜਦੋਂ ਰਣਤੱਤੇ 'ਚ ਉਤਰ ਕੇ ਦੁਸ਼ਮਣਾਂ ਵੈਰੀਆਂ ਦੇ ਸੱਥਰ ਲਾਉਣੇ ਸ਼ੁਰੂ ਕਰਨੇ ਨੇ ਤਾਂ ਫਿਰ ਇੱਧਰੋਂ ਵੀ ਸ਼ਹੀਦੀਆਂ ਤਾਂ ਹੋਣੀਆਂ ਹੀ ਨੇ। ਤੈਨੂੰ ਤਾਂ ਕਹਿੰਦਾ ਆਪ ਹੀ ਪਤਾ ਇਸ ਗੱਲ ਦਾ ਚੰਗਾ ਭਲਾ ਕਿ ਸ਼ਹੀਦੀ ਕੋਈ ਡਰਨ ਡਰਾਉਣ ਵਾਲੀ ਗੱਲ ਥੋੜੀ ਹੁੰਦੀ ਹੈ, ਸਗੋਂ ਸ਼ਹੀਦੀਆਂ ਦਾ ਨਾਮ ਸੁਣ ਕੇ ਤਾਂ ਸਿੰਘਾਂ ਨੂੰ ਚਾਅ ਚੜ੍ਹਦਾ ਹੈ, ਚਿਹਰੇ ਤੇ ਲਾਲੀਆਂ ਆਉਂਦੀਆਂ ਨੇ। ਸੋ ਅਮਰਜੀਤ ਸਿੰਘ ਜਿਹੜਾ ਅਸਲੇ ਦੀ ਕਾਰਤੂਸਾਂ ਦੀ ਬੋਰੀ ਲੈ ਕੇ ਤੇ ਉੱਥੋਂ ਵੱਡੀ ਮਸ਼ੀਨ ਗਨ ਲੈ ਕੇ ਬਾਹਰ ਨਿਕਲ ਪੈਂਦਾ। ਤੋਪਾਂ ਦੀ, ਬੰਬਾਂ ਦੀ, ਗੋਲਿਆਂ ਦੀ ਗਰਜ ਗੜਕ ਤੇ ਮਸ਼ੀਨ ਗੰਨਾਂ ਦੀ ਫਾਇਰਿੰਗ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਤਾਬੜ ਤੋੜ ਰੂਪ ਦੇ ਵਿੱਚ ਸੂਰਜ ਦੇ ਢਲ ਪੈਣ ਨਾਲ ਲਗਾਤਾਰ ਆਉਂਦੀਆਂ ਰਹਿੰਦੀਆਂ ਨੇ ਤੇ ਮੁਕਾਬਲੇ 'ਚ ਸਿੰਘਾਂ ਦੀ ਬਾਬਾ ਜਰਨੈਲ ਸਿੰਘ ਦੀ ਇਸ ਹਦਾਇਤ ਨੂੰ ਸਾਹਮਣੇ ਰੱਖਦੇ ਹੋਏ ਕਿ ਅਸਲਾ ਐਵੇਂ ਜ਼ਾਇਆ ਨਹੀਂ ਕਰਨਾ, ਹਰ ਗੋਲੀ ਵੇਲੇ ਹਰ ਗੋਲੀ ਟਿਕਾਣੇ ਸਿਰ ਲੱਗਣੀ ਚਾਹੀਦੀ ਹੈ ਤੇ ਫੌਜ ਦੀ ਫਾਇਰਿੰਗ ਦਾ ਸਮੇਂ-ਸਮੇਂ ਤੇ ਬੜੇ ਢੁਕਵੇਂ ਢੰਗ ਦੇ ਨਾਲ ਮੋੜਵਾਂ ਜਵਾਬ ਦਿੰਦੇ ਰਹਿਣਾ, ਤੇ ਜਿਹਦੇ ਨਤੀਜੇ ਵਜੋਂ ਕੰਪਲੈਕਸ ਤੋਂ ਉੱਤਰ ਪੱਛਮ ਤੇ ਉੱਤਰ ਪੂਰਬ ਵੱਲ ਪੈਂਦੇ ਜਿਹੜੇ ਫੌਜੀ ਮੋਰਚਿਆਂ 'ਚੋਂ ਕੁਝ ਮੋਰਚੇ ਤਾਂ 4 ਵਜੇ ਤੋਂ ਪਹਿਲਾਂ ਹੀ ਚੁੱਪ ਕਰਵਾ ਦਿੱਤੇ ਗਏ ਸਨ। ਇਹ ਦੇਖੋ ਤੁਸੀਂ ਹੁਣ, ਤੇ ਫੌਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਆਪਣੀ ਨੀਤੀ ਤੇ ਆਪਣੀ ਜਿਹੜੀ ਉਹਨਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ ਉਸ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਸਿੰਘਾਂ ਨੇ। ਇਹ ਬਹੁਤ ਵੱਡੀ ਗੱਲ ਹੈ। ਦੁਨੀਆ ਦੀ 6ਵੀਂ ਤਾਕਤ ਹਿੰਦੁਸਤਾਨ ਦੀ ਫੌਜ ਨੂੰ ਇੱਕ ਛੋਟੇ ਜਿਹੇ ਸਥਾਨ ਦੇ ਉੱਤੋਂ, ਜਿੱਥੇ ਉਹ ਕੁਝ ਗਿਣਤੀ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਨ ਲਈ ਆਏ ਹੁਣ, ਉਹਨਾਂ ਨੂੰ ਮੋਰਚਾਬੰਦੀ ਆਪਣੀ ਬਦਲਣ ਦੇ ਲਈ ਮਜਬੂਰ ਕਰ ਦਿੱਤਾ, ਪੈਰ ਪਿੱਛੇ ਪੁੱਟਣ ਲਈ ਮਜਬੂਰ ਕਰ ਦਿੱਤਾ। 13 ਮੋਰਚੇ ਜਿਹੜੇ ਇਸ ਬਾਹੀ ਤੇ ਸਨ, 13 ਮੋਰਚੇ ਫੌਜ ਦੇ ਉੱਚੀਆਂ ਬਿਲਡਿੰਗਾਂ ਦੇ ਉੱਤੇ ਤੇ ਜ਼ਮੀਨ ਦੇ ਉੱਤੇ, ਉਹਨਾਂ ਨੂੰ ਫੌਜ ਨੇ 4 ਵਜੇ ਦੇ ਨੇੜੇ ਤੇੜੇ ਬਦਲਣ ਦੇ ਲਈ
ਉਹਨਾਂ ਨੂੰ ਪਿੱਛੇ ਹਟਾ ਲਿਆ। ਜਥੇ ਦੇ ਸਿੰਘ ਤੇ ਫੈਡਰੇਸ਼ਨ ਦੇ ਜਵਾਨਾਂ ਨੇ ਤਾਂ ਆਪਣੀਆਂ ਉੱਚੀਆਂ ਇਮਾਰਤਾਂ ਵਾਲੇ ਮੋਰਚਿਆਂ 'ਚੋਂ ਭਾਰਤੀ ਫੌਜ ਨੂੰ ਕੁਝ ਇਮਾਰਤਾਂ ਦੇ ਉੱਤੋਂ ਤੇ ਬਾਹਰੋਂ ਫੌਜੀ ਜਵਾਨਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਚੁੱਕਦਿਆਂ ਉਲਾਰਦਿਆਂ ਹੋਇਆਂ ਅੱਖੀਂ ਵੇਖਿਆ ਸੀ। ਪਰ ਇਸ ਤੋਂ ਬਾਅਦ ਸਿੰਘਾਂ ਨੇ ਕੋਈ 1 ਦਰਜਨ ਤੋਂ ਉੱਪਰ ਫੌਜ ਤੇ ਪੈਰਾਮਿਲਟਰੀ ਫੋਰਸਾਂ ਦੇ ਫੌਜੀਆਂ ਨੂੰ ਉਹਨਾਂ ਦੇ ਅੱਡੇ ਤੇ ਉਹਨਾਂ ਦੇ ਟਿਕਾਣਿਆਂ ਤੇ ਮੋਰਚਿਆਂ ਉੱਪਰ ਇੱਕ ਤਰ੍ਹਾਂ ਨਾਲ ਵੰਗਾਰ ਕੇ ਮਾਰਿਆ ਸੀ ਸਿੱਧਾ। ਤਾਂ ਬਿਲਕੁਲ ਐਸੇ ਦਿਨ ਸ਼ਾਮ ਦੇ ਕੋਈ 3-3:30 ਵਜੇ ਦੇ ਕਰੀਬ ਕੰਪਲੈਕਸ ਤੋਂ ਉੱਤਰ ਵਾਲੇ ਪਾਸੇ ਜਲਿਆਂਵਾਲੇ ਬਾਗ ਦੇ ਜਿਹੜੇ ਆਸ-ਪਾਸ ਸਰਕਾਰੀ ਜੀਪਾਂ ਗੱਡੀਆਂ ਉਹਨਾਂ ਤੇ ਕੰਪਲੈਕਸ ਅੰਦਰਲੇ ਸਿੰਘਾਂ ਸੂਰਮਿਆਂ ਤੇ ਆਮ ਸੰਗਤਾਂ ਨੂੰ ਖਾਲੀ ਹੱਥੀਂ ਕੰਪਲੈਕਸ ਚੋਂ ਬਾਹਰ ਨਿਕਲ ਕੇ ਫੌਜੀ ਅਫਸਰਾਂ ਸਾਹਮਣੇ ਪੇਸ਼ ਹੋ ਜਾਣ ਲਈ ਅਨਾਉਂਸਮੈਂਟ ਰਾਹੀਂ ਚੇਤਾਵਨੀ ਦਿੱਤੀ ਜਾ ਰਹੀ ਸੀ। 3:30 ਵਜੇ ਦੀ ਗੱਲ ਹੈ ਇਹ, ਤੇ ਜਿਹਦੇ ਅਸਰ ਨੂੰ ਜਥੇ ਦੇ ਸਿੰਘਾਂ, ਫੈਡਰੇਸ਼ਨ ਦੇ ਜਵਾਨਾਂ ਤੇ ਹੋਰ ਜੁਝਾਰੂਆਂ ਵੱਲੋਂ ਕਬੂਲਣਾ ਇੱਕ ਗੈਰ ਕੁਦਰਤੀ ਗੱਲ ਹੋਣ ਕਰਕੇ ਬਿਲਕੁਲ ਨਾਮੁਮਕਿਨ ਗੱਲ ਸੀ। ਇਹ ਸੰਭਵ ਹੋ ਹੀ ਨਹੀਂ ਸੀ ਸਕਦਾ ਕਿ ਜਥੇ ਦੇ ਸਿੰਘ ਜਾਂ ਫੈਡਰੇਸ਼ਨ ਦੇ ਜਵਾਨ ਹਥਿਆਰ ਸੁੱਟ ਕੇ ਜਾਂ ਹੱਥ ਖੜੇ ਕਰਕੇ ਉਧਰ ਨੂੰ ਚਲੇ ਜਾਂਦੇ ਉਹਨਾਂ ਦੀ ਅਪੀਲ ਦੇ ਉੱਤੇ। ਪਰ ਦੂਜੇ ਪਾਸੇ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੇ ਨਾਲ ਸੰਬੰਧਿਤ ਬੰਦਿਆਂ ਤੇ ਜਥੇਬੰਦੀਆਂ ਨੂੰ ਚੁੱਪਚਾਪ ਹੱਥ ਖੜੇ ਕਰਕੇ ਕੰਪਲੈਕਸ ਛੱਡਣ ਲਈ ਹਰੀ ਝੰਡੀ ਦੇ ਦਿੱਤੀ ਸੀ। ਤੇ ਜਿਸ ਵੇਲੇ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਕੰਪਲੈਕਸ ਛੱਡ ਜਾਣ ਦਾ ਸੰਕੇਤ ਮਿਲਣ ਤੋਂ ਬਾਅਦ ਕੋਈ 250-300 ਦੇ ਕਰੀਬ ਸੰਗਤਾਂ ਸਮੁੰਦਰੀ ਹਾਲ ਤੇ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਜਿਹੜਾ ਉੱਤਰ ਵੱਲ ਜਿਹੜਾ ਬਾਜ਼ਾਰ ਪੈਂਦਾ ਉਧਰ ਨੂੰ ਨਿਕਲਣੀਆਂ ਸ਼ੁਰੂ ਹੋਈਆਂ ਹੱਥ ਖੜੇ ਕਰਕੇ। ਤਾਂ ਉਸੇ ਵੇਲੇ ਫੌਜ ਨੇ ਫਾਇਰਿੰਗ ਬੰਦ ਕਰ ਦਿੱਤੀ ਸੀ। ਪਰ ਜਦੋਂ ਹੀ ਸੰਗਤਾਂ ਨੇ ਜਿਨ੍ਹਾਂ 'ਚ ਜ਼ਿਆਦਾ ਕਰਕੇ ਬੀਬੀਆਂ ਸਨ, ਬੱਚੇ ਸਨ, ਬਜ਼ੁਰਗ ਸਨ ਤੇ ਜਾਂ ਫਿਰ ਅਕਾਲੀ ਦਲ ਤੇ ਜਿਹੜੇ ਮੈਂਬਰ ਸਨ ਤੇ ਇਹਦੇ 'ਚ ਯੂਥ ਵਿੰਗ ਅਕਾਲੀ ਦਲ ਦੇ ਵਰਕਰ ਵੀ ਸਨ ਤੇ ਗਲੀ ਬਾਜ਼ਾਰਾਂ 'ਚ ਇਹਨਾਂ ਨੇ ਕਦਮ ਰੱਖਿਆ ਤਾਂ ਫੌਜ ਨੇ ਉਸੇ ਵੇਲੇ ਫੇਰ ਤਾਬੜਤੋੜ ਫਾਇਰਿੰਗ ਇਹਨਾਂ ਤੇ ਸ਼ੁਰੂ ਕਰ ਦਿੱਤੀ। ਤੇ ਇਹਦੇ ਨਤੀਜੇ 'ਚ ਵੱਡੀ ਗਿਣਤੀ 'ਚ ਬਜ਼ੁਰਗ, ਬੱਚੇ ਤੇ ਬੀਬੀਆਂ ਉੱਥੇ ਸ਼ਹੀਦ ਹੋ ਗਏ। ਇਹ ਇੱਕ ਨੀਤੀ ਸੀ ਫੌਜ ਦੀ, ਇਹ ਭਾਰਤੀ ਫੌਜ ਦੀ ਨੀਤੀ ਸੀ। ਜਦੋਂ ਬੁਰਜ ਜੱਸਾ ਸਿੰਘ ਆਹਲੂਵਾਲੀਆ, ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਉੱਤਰੀ ਦਰਸ਼ਨੀ ਡੂਢੀ ਵੱਲ ਇੱਧਰ ਸਿੰਘਾਂ ਨੇ ਫੌਜ ਵੱਲੋਂ ਕੀਤੀ ਗਈ ਇਸ ਵਹਿਸ਼ੀਆਨਾ ਕਾਰਵਾਈ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਸਿੰਘਾਂ ਨੇ ਆਪਣੇ ਮੋਰਚਿਆਂ ਤੋਂ ਲਾਈਟ ਮਸ਼ੀਨ ਗੰਨਾਂ ਤੇ ਹੱਥ ਗੋਲਿਆਂ ਤੇ ਹੋਰ ਆਟੋਮੈਟਿਕ ਹਥਿਆਰਾਂ ਰਾਹੀਂ ਆਪਣੀ ਮਾਰ ਹੇਠ ਆਉਂਦੇ ਫੌਜੀ ਦਸਤਿਆਂ ਤੇ ਮੋਰਚਿਆਂ ਉੱਪਰ ਇੱਕ ਵਾਰੀ ਫੇਰ ਬਾਰੂਦੀ ਅੱਗ ਦਾ ਝੱਖੜ ਝੁਲਾ ਦਿੱਤਾ। ਤੇ ਜਿਹਦੇ ਨਤੀਜੇ ਵਜੋਂ ਬਾਜ਼ਾਰਾਂ 'ਚ ਇੱਧਰ-ਉੱਧਰ ਜਿਹੜੇ ਗਸ਼ਤ ਕਰ ਰਹੇ ਸਨ ਟੋਪੀਆਂ ਵਾਲੇ ਜਾਂ ਮੋਰਚੇ ਸੰਭਾਲੀ ਬੈਠੇ ਸਨ ਟੋਪੀਆਂ ਵਾਲੇ ਫੌਜ ਦੇ ਬੰਦੇ, ਇਹਨਾਂ 'ਚ ਕੋਈ 30-35 ਜਿਹੜੇ ਫੌਜੀ ਸਨ ਉਹ ਥਾਂ ਤੇ ਹੀ ਢੇਰ ਹੋ ਗਏ ਤੇ ਦਰਜਨਾਂ ਦੀ ਗਿਣਤੀ 'ਚ ਜ਼ਖਮੀ ਹੋਏ। ਪਹਿਲਾਂ ਜਿਸ ਵੇਲੇ ਜਦੋਂ ਇਹ ਫੌਜੀ ਹਮਲਾ ਖਤਮ ਹੋਣ ਤੋਂ ਬਾਅਦ ਸਰਕਾਰ ਨੇ ਆਪਣੇ ਮੀਡੀਆ ਰਾਹੀਂ ਤੇ ਫੌਜ ਦੇ ਜਿਹੜੇ ਸੀਨੀਅਰ ਅਫਸਰ ਸਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਅਸੀਂ ਅਪੀਲ ਕੀਤੀ ਲਾਊਡ ਸਪੀਕਰਾਂ ਦੇ ਰਾਹੀਂ ਕਿ ਸੰਗਤ ਨੂੰ ਬਾਹਰ ਆ ਜਾਣ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ, ਤਾਂ 300 ਦੇ ਕਰੀਬ ਜਿਹੜੇ ਬੱਚੇ, ਬਜ਼ੁਰਗ ਤੇ ਬੀਬੀਆਂ ਬਾਹਰ ਆਈਆਂ ਸਨ ਤਾਂ ਉਹਨਾਂ ਦੇ ਉੱਤੇ ਖਾੜਕੂਆਂ ਨੇ ਗੋਲੀ ਚਲਾਈ। ਇਹ ਪ੍ਰਚਾਰ ਕੀਤਾ ਗਿਆ ਸੀ। ਜਦੋਂ ਕਿ ਧਿਆਨ ਦੇਣ ਵਾਲੀ ਗੱਲ ਆ ਕਿ ਜਦੋਂ ਇਹ ਲੋਕ 300 ਦੇ ਕਰੀਬ ਜਿਨ੍ਹਾਂ ਦੀ ਗਿਣਤੀ ਸੀ, ਇਹਨਾਂ ਨੇ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਜਿਹੜਾ ਵੱਡਾ ਗੇਟ ਹੈ ਉਧਰੋਂ ਇਹਨਾਂ ਨੇ ਹੱਥ ਖੜੇ ਕਰਕੇ ਬਾਹਰ ਜਾਣਾ ਚਾਹਿਆ। ਜਦੋਂ ਅਪੀਲ ਕੀਤੀ ਗਈ ਸੀ ਉਹਨਾਂ ਨੂੰ ਕਿ ਬਾਹਰ, ਬਿਲਕੁਲ ਉਸੇ ਵੇਲੇ ਫੌਜ ਉਹਨਾਂ ਦੇ ਉੱਤੇ ਗੋਲੀ ਚਲਾਈ ਤੇ ਉਸ ਤੋਂ ਬਾਅਦ ਸਿੰਘਾਂ ਨੇ ਫਿਰ ਉਹਨਾਂ ਤੇ ਤਾਬੜਤੋੜ ਹਮਲਾ ਕੀਤਾ। ਜਦੋਂ ਬਾਹਰ ਵਾਲੇ ਨਾਕਿਆਂ ਦੇ ਉੱਤੇ ਤੇ ਮੋਰਚਿਆਂ ਦੇ ਉੱਤੇ ਤਾਂ 30-35 ਜਿਹੜੇ ਫੌਜੀ ਸਨ ਉਹ ਥਾਂ ਤੇ ਢੇਰੀ ਹੋ ਗਏ ਤੇ ਸਿੰਘਾਂ ਨੇ ਆਪਣੀ ਇਸ ਕਾਰਵਾਈ ਨਾਲ ਜਿੱਥੇ ਭਾਰਤੀ ਫੌਜ ਪਾਸੋਂ ਪੈਰ ਉੱਪਰ ਹੀ ਬਦਲਾ ਲੈ ਲਿਆ, ਉੱਥੇ ਉਹਨਾਂ ਨੂੰ ਆਪਣੇ ਇਸ ਐਕਸ਼ਨ ਰਾਹੀਂ ਇਹ ਵੀ ਸਮਝਾ ਦਿੱਤਾ ਕਿ ਅਗਲੇ ਪਾਸੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘ ਬੈਠੇ ਨੇ, ਆ ਜਾਓ। ਤੇ ਇਸ ਲਈ ਦਰਬਾਰ ਸਾਹਿਬ ਦੀ ਪਰਿਕਰਮਾ ਵੱਲ ਕਦਮ ਜ਼ਰਾ ਸੋਚ ਸਮਝ ਕੇ ਪੁੱਟਿਓ। ਸ਼ਾਮ ਦੇ ਕੋਈ 6:30 ਤੋਂ ਬਾਅਦ 6:30 ਵਜੇ ਤੋਂ ਬਾਅਦ 4 ਜੂਨ ਦੀ ਗੱਲ ਹੈ, ਉਹ ਤੋਂ ਬਾਅਦ ਫੌਜ ਵੱਲੋਂ ਗੋਲਾਬਾਰੀ ਤੇ ਫਾਇਰਿੰਗ ਬਿਲਕੁਲ ਬੰਦ ਹੋ ਜਾਣ ਤੋਂ ਪਿੱਛੋਂ ਜਦੋਂ ਕੁਝ ਇੱਕ ਸਿੰਘਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਪਿਛਲੇ ਪਾਸੇ ਲੱਗਦੇ ਘਰਾਂ 'ਚ ਤੇ ਕੁਆਟਰਾਂ ਤੇ ਇਸੇ ਤਰ੍ਹਾਂ ਸਰਾਂ ਵਾਲੇ ਪਾਸੇ ਨਾਲ ਲੱਗਦੇ ਅਕਾਲ ਰੈਸਟ ਹਾਊਸ ਤੋਂ ਜਥੇ ਤੇ ਫੈਡਰੇਸ਼ਨ ਦੇ ਸਿੰਘਾਂ ਦੀਆਂ ਜਿਹੜੀਆਂ ਪਤਨੀਆਂ ਸਨ, ਸਿੰਘਣੀਆਂ ਸਨ, ਉਹਨਾਂ ਨੂੰ ਸੁਰੱਖਿਅਤ ਟਿਕਾਣਿਆਂ ਦੇ ਉੱਪਰ ਭੇਜਣ ਬਾਰੇ ਸੋਚਿਆ ਵਿਚਾਰਿਆ ਜਾਣ ਲੱਗਾ। ਤਾਂ ਉਸੇ ਵੇਲੇ ਸਿੰਘਾਂ ਦੇ ਪਰਿਵਾਰਾਂ ਦੀ ਜਿਹੜੀ ਮਾਨਸਿਕ ਅਵਸਥਾ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਉੱਥੋਂ ਕਿਸੇ ਸੁਰੱਖਿਅਤ ਟਿਕਾਣੇ ਉੱਪਰ ਜਾਣ ਦੀ ਬਜਾਏ ਉਸ ਜੰਗੀ ਮਾਹੌਲ ਦੇ ਵਿੱਚ ਰਹਿਣ ਤੇ ਵਿਚਰਨ ਨੂੰ ਬੜੀ ਦ੍ਰਿੜਤਾ ਦੇ ਨਾਲ ਮਲੋਂ ਚਿੱਤੋਂ ਤਰਜੀਹ ਦੇ ਰਹੇ ਸਨ। ਉਹ ਉੱਥੋਂ ਛੱਡਣਾ ਨਹੀਂ ਚਾਹੁੰਦੇ ਸਨ, ਸੁਰੱਖਿਅਤ ਥਾਂ ਤੇ ਨਹੀਂ ਸੀ ਜਾਣਾ ਚਾਹੁੰਦੇ ਸਨ। ਉਹਨਾਂ ਦੇ ਨਾਲ ਹੀ ਉਹ ਸ਼ਹੀਦ ਹੋਣਾ ਚਾਹੁੰਦੇ ਸਨ, ਨਾਲ ਹੀ ਉਹਨਾਂ ਦੇ ਸ਼ਹਾਦਤ ਦਾ ਜਾਮ ਪੀਣਾ ਚਾਹੁੰਦੇ ਸਨ। ਦਾਰਾ ਸਿੰਘ ਡਰਾਈਵਰ ਦਾ ਭੁਜੰਗੀ ਉੱਥੋਂ ਕਿਸੇ ਹੋਰ ਥਾਂ ਤੇ ਜਾਣ ਤੋਂ ਉੱਕਾ ਹੀ ਇਨਕਾਰੀ ਹੋਇਆ ਬੈਠਾ ਸੀ, ਜਿਸ ਕਰਕੇ ਉਹ ਇਹ ਗੱਲ ਸੁਣਦਿਆਂ ਸਾਰ ਹੀ ਪਾਸਾ ਮਾਰ ਕੇ ਬਹਿ ਗਿਆ ਸੀ
ਤੇ ਬਾਰ-ਬਾਰ ਇਹ ਗੱਲ ਦੀ ਉਹਨੇ ਰੱਟ ਲਾਈ ਹੋਈ ਸੀ ਕਿ ਮੈਂ ਤਾਂ ਆਪਣੇ ਭਾਊ ਦੇ ਨਾਲ ਹੀ ਸ਼ਹੀਦੀ ਪਾਉਣੀ ਹੈ। ਕੇਵਲ ਸਿੰਘ ਭੂਰੇ, ਭਾਈ ਰਛਪਾਲ ਸਿੰਘ ਪੀਏ, ਅਮਰਜੀਤ ਸਿੰਘ ਖੇਮਕਰਨ, ਭਾਈ ਸੰਤੋਖ ਸਿੰਘ ਜਿਹੜੇ ਸੰਤਾਂ ਦੇ ਸੰਗਤ ਦੀਆਂ ਵੀਡੀਓ ਫਿਲਮਾਂ ਬਣਾਇਆ ਕਰਦੇ ਸਨ, ਭਾਈ ਗੁਰਮੁਖ ਸਿੰਘ ਗੜਵਈ, ਹਰਜਿੰਦਰ ਸਿੰਘ ਮਹਿਤਾ, ਗੁਰਚਰਨ ਸਿੰਘ ਐਮਏ ਤੇ ਹੋਰ ਬਹੁਤ ਸਾਰੇ ਸਿੰਘਾਂ ਦੇ ਪਰਿਵਾਰ ਵੀ ਕੰਪਲੈਕਸ ਦੇ ਅੰਦਰ ਸ਼ਹੀਦੀਆਂ ਪਾਉਣ ਦੇ ਲਈ ਮਨ ਬਣਾਈ ਬੈਠੇ ਸਨ ਤੇ ਸਿੰਘਣੀਆਂ ਆਪਣੇ ਬਚਾਅ ਨਾਲੋਂ ਆਪਣੇ ਸਿੰਘਾਂ ਦੇ ਨਾਲ ਕੰਪਲੈਕਸ ਦੇ ਅੰਦਰ ਸ਼ਹੀਦੀ ਪਾਉਣ ਦੀ ਖੇਡ ਨੂੰ ਮਨੋ ਚਿੱਤੋਂ ਇੱਕ ਬਹੁਤ ਹੀ ਪਿਆਰਾ, ਸਚਿਆਰਾ ਤੇ ਉੱਤਮ ਕਰਮ ਸਮਝ ਰਹੀਆਂ ਸਨ। ਤੇ ਇਹ ਸਾਰਾ ਜੋ ਉੱਥੇ ਮਾਹੌਲ ਬਣਿਆ ਹੋਇਆ ਸੀ, ਵੱਡੀ ਗਿਣਤੀ 'ਚ ਸਿੰਘ ਸ਼ਹੀਦ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਵਿਚਾਰ ਇਹ ਸੀ। ਭਾਈ ਰਛਪਾਲ ਸਿੰਘ ਪੀਏ ਦੀ ਪਤਨੀ ਵੀ ਪਰਿਕਰਮਾ ਦੀ ਪੱਛਮ ਵਾਲੇ ਪਾਸੇ ਦੀ ਬਾਰੀ ਉੱਪਰਲੀ ਇੱਕ ਇਮਾਰਤ 'ਚ ਕਾਇਮ ਕੀਤੇ ਹੋਏ ਮੋਰਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ, ਜਦੋਂ ਇੱਕ ਬੀਬੀ ਨੂੰ ਇੱਕ ਬਜ਼ੁਰਗ ਸਿੰਘ ਵੱਲੋਂ ਕੰਪਲੈਕਸ ਤੋਂ ਬਾਹਰ ਕਿਸੇ ਸੁਰੱਖਿਅਤ ਥਾਂ ਉੱਪਰ ਚਲੇ ਜਾਣ ਲਈ ਜ਼ੋਰ ਦਿੰਦਿਆਂ ਹੋਇਆ ਇਹ ਕਿਹਾ ਗਿਆ ਕਿ ਬੀਬੀ ਜੀ, ਤੁਹਾਡੀ ਗੋਦ 'ਚ ਇਹ 14 ਕੁ ਦਿਨਾਂ ਦਾ ਜਿਹੜਾ ਮਾਸੂਮ ਬੱਚਾ ਹੈ, ਇਸ ਲਈ ਤਾਂ ਤੋਪ ਗੋਲਿਆਂ ਤੇ ਮਸ਼ੀਨ ਗੰਨਾਂ ਦੀਆਂ ਆਵਾਜ਼ਾਂ ਹੀ ਬੜੀਆਂ ਨੇ ਤੇ ਇਹਨੂੰ ਉਹ ਆਵਾਜ਼ਾਂ ਬਰਦਾਸ਼ਤ ਕਰਨੀਆਂ ਮੁਸ਼ਕਲ ਹੋਣਗੀਆਂ। ਇਸ ਕਰਕੇ ਬੜਾ ਹੀ ਚੰਗਾ ਹੋਵੇਗਾ ਜੇ ਤੁਸੀਂ ਇਸ ਬੱਚੇ ਦੀ ਖਾਤਰ ਇੱਥੋਂ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਓ। ਬਜ਼ੁਰਗ ਸਿੰਘ ਨੂੰ ਇਸ ਬੀਬੀ ਦਾ ਬਹੁਤ ਹੀ ਡਰਮੇ ਨਾਲ ਤੇ ਪੱਕੇ ਮਨ ਨਾਲ ਜਵਾਬ ਸੀ। ਕਹਿੰਦੀ, ਬਾਬਾ ਜੀ, ਜਿਸ ਤਰ੍ਹਾਂ ਸਾਡਾ ਜੀਵਨ ਗੁਰੂ ਘਰ ਦੀ ਅਮਾਨਤ ਹੈ, ਬਿਲਕੁਲ ਐਸੇ ਤਰ੍ਹਾਂ ਇਸ ਬੱਚੇ ਦਾ ਸਰੀਰ ਵੀ ਗੁਰੂ ਘਰ ਦਾ ਤੇ ਗੁਰੂ ਪੰਥ ਦੀ ਵਸਤੂ ਹੈ। ਇੱਕ ਜੇ ਸਾਡਾ ਸਾਰਿਆਂ ਦਾ ਇਸ ਪਵਿੱਤਰ ਸਥਾਨ ਅੰਦਰ ਲਹੂ ਡੁੱਲਣ ਨਾਲ ਆਉਣ ਵਾਲੇ ਸਮੇਂ 'ਚ ਖਾਲਸਾ ਪੰਥ ਨੂੰ ਹੋਰ ਬਲ ਮਿਲਦਾ ਹੈ, ਚੜ੍ਹਦੀ ਕਲਾ ਮਿਲਦੀ ਹੈ ਤੇ ਖਾਲਸਾ ਰਾਜ ਨਸੀਬ ਹੋ ਜਾਣਗੇ, ਤਾਂ ਇਸ ਵਿੱਚ ਸਾਡੇ ਧੰਨ ਭਾਗ ਹੋਣਗੇ। ਅਸੀਂ ਇੱਥੇ ਕਾਇਮ ਰੱਖੇ ਨੇ ਜਿਹੜੇ ਮੋਰਚੇ, ਤੇ ਗੁਰੂ ਘਰ ਉੱਪਰ ਹਮਲਾ ਹੋਣ ਸਮੇਂ ਦੁਸ਼ਟਾਂ ਨੂੰ, ਦੁਸ਼ਮਣਾਂ ਨੂੰ ਸੋਧਣ ਤੇ ਆਪਣੇ ਆਖਰੀ ਸਾਹ ਤੱਕ ਗੁਰੂ ਘਰ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਦੇ ਮਨੋਰਥ ਨਾਲ ਉਸਾਰੇ ਨੇ, ਬਣਾਏ ਨੇ। ਸੱਚ ਜਾਣੋ ਕਿ ਇਹ ਮੋਰਚੇ ਅਸੀਂ ਕੋਈ ਮੌਤ ਦੇ ਡਰ ਨੂੰ ਜਾਂ ਮੌਤ ਤੋਂ ਡਰ ਕੇ ਛੱਡ ਜਾਣ ਦੇ ਖਿਆਲ ਨਾਲ ਤਾਂ ਨਹੀਂ ਸੀ ਬਣਾਏ। ਇਹ ਆਪਣੇ ਬਚਾਅ ਲਈ ਨਹੀਂ ਬਣਾਏ ਹੋਏ, ਇਹ ਫੌਜ ਨਾਲ ਲੜਨ ਲਈ ਬਣਾਏ ਹੋਏ ਨੇ ਮੋਰਚੇ। ਉਹ ਕਹਿੰਦੀ ਕਿ ਮੈਂ ਤਾਂ ਇਸ ਗੱਲ ਵਿੱਚ ਹੀ ਬਹੁਤ ਆਪਣੇ ਧੰਨ ਭਾਗ ਸਮਝਦੀ ਹਾਂ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਕਰਕੇ ਮੇਰਾ ਜਨਮ ਇੱਕ ਸਿੱਖ ਘਰ ਦੇ ਵਿੱਚ ਹੋਇਆ ਤੇ ਫਿਰ ਹੁਣ ਮੇਰਾ ਸੰਬੰਧ ਵੀ ਸਿੱਖ ਧਰਮ ਦਾ ਪ੍ਰਚਾਰ ਤੇ ਸਿੱਖ ਕੌਮ ਦੇ ਹੱਕਾਂ ਲਈ ਤੇ ਸਿੱਖ ਹਿੱਤਾਂ ਦੀ ਰਾਖੀ ਕਰਨ ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਜੂਝ ਰਹੀ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਦ੍ਰਿੜ ਸੰਕਲਪ ਧਾਰੀ ਬੈਠੀ ਜਿਹੜੀ ਫੌਜ ਜਿਹੜੀ ਲੜ ਰਹੀ ਹੈ ਇਸ ਵੇਲੇ ਦਰਬਾਰ ਸਾਹਿਬ ਦੀ ਰਾਖੀ ਲਈ, ਉਹਦੇ ਨਾਲ ਜੁੜਿਆ ਹੋਇਆ। ਮੇਰੀ ਤਾਂ ਸੱਚੀ ਗੱਲ ਇਹਨਾਂ ਮੋਰਚਿਆਂ ਨਾਲ, ਜਿਨ੍ਹਾਂ ਨੂੰ ਰਲ ਮਿਲ ਕੇ ਆਪਾਂ ਆਪਣੇ ਹੱਥਾਂ ਨਾਲ ਬਣਾਇਆ, ਜਿਉਣ ਮਰਨ ਦੀ ਸਾਂਝ ਪੈ ਚੁੱਕੀ ਹੈ। ਜਦੋਂ ਖਾਲਸਾ ਪੰਥ ਦੀ ਹਰ ਪੱਖੋਂ ਜਿੱਤ ਹੋ ਜਾਵੇਗੀ ਤਾਂ ਫਿਰ ਆਪਾਂ ਕਿਹੜਾ ਇੱਥੇ ਬੈਠੇ ਰਹਿਣਾ। ਉਦੋਂ ਤਾਂ ਫਿਰ ਆਪਾਂ ਸਾਰਿਆਂ ਨੇ ਆਪਣੇ ਆਪਣੇ ਪਰਿਵਾਰ ਸਮੇਤ ਆਪੋ ਆਪਣੇ ਆਲ੍ਹਣਿਆਂ 'ਚ ਚਲੇ ਹੀ ਜਾਣਾ ਬਾਬਾ ਜੀ। ਪਰ ਇਸ ਵੇਲੇ ਇਸ ਹਾਲਤ 'ਚ ਇਹਨਾਂ ਮੋਰਚਿਆਂ ਨੂੰ ਛੱਡ ਕੇ ਚਲੇ ਜਾਣ ਦਾ ਮਤਲਬ ਤਾਂ ਗੁਰੂ ਘਰ ਵੱਲੋਂ ਮੂੰਹ ਮੋੜਨਾ ਤੇ ਬਾਬਾ ਜੀ, ਇੱਕ ਨਾ ਇੱਕ ਦਿਨ ਤਾਂ ਆਖਰ ਸਦਾ ਆਉਣਾ ਜਾਣਾ ਤਾਂ ਰਹਿਣਾ ਹੀ ਆ, ਆਪਾਂ ਵੀ ਜਾਣਾ। ਜੇ ਆਪਾਂ ਅੱਜ ਇੱਥੋਂ ਚਲੇ ਗਏ ਤਾਂ ਫਿਰ ਗੁਰੂ ਮਹਾਰਾਜ ਨੂੰ ਅੱਗੇ ਜਾ ਕੇ ਮੂੰਹ ਕੀ ਦਿਖਾਵਾਂਗੇ, ਇਹ ਦੱਸੋ। ਤੇ ਭਾਈ ਅਮਰਜੀਤ ਸਿੰਘ ਦਹੇੜੂ, ਜਿਸ ਨੂੰ ਪੁਲਿਸ ਨੇ ਅਸਹਿ ਤੇ ਅਕੈਤ ਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ, ਉਹਦੇ ਦੋਵੇਂ ਭੁਜੰਗੀ ਭਾਰਤੀ ਫੌਜ ਦੇ ਮੁਕਾਬਲੇ ਮੈਦਾਨ 'ਚ ਉਤਰ ਕੇ ਸਿੱਧੀ ਟੱਕਰ ਲੈਣ ਦੇ ਮਨੋਰਥ ਤੇ ਨਿਸ਼ਾਨੇ ਨਾਲ ਹਥਿਆਰਬੰਦ ਰੂਪ 'ਚ ਮਨੋ ਚਿੱਤੋਂ ਤਿਆਰੀਆਂ ਕਸੀ ਬੈਠੇ ਸਨ। ਤੇ ਇਹਨਾਂ ਦੋਵਾਂ ਭੁਜੰਗੀਆਂ ਦੇ ਚਿਹਰਿਆਂ ਉੱਪਰ ਆਪਣੇ ਪਿਤਾ ਸਰਦਾਰ ਅਮਰਜੀਤ ਸਿੰਘ ਦੀ ਸ਼ਹੀਦੀ ਹੋ ਜਾਣ ਤੋਂ ਬਾਅਦ ਕਿਸੇ ਨੇ ਇੱਕ ਦਿਨ ਵੀ ਉਦਾਸੀ, ਘਬਰਾਹਟ ਜਾਂ ਢਹਿੰਦੀ ਗਲਾ ਨਹੀਂ ਸੀ ਦੇਖੀ। ਸਗੋਂ ਉਹਨਾਂ ਦੇ ਬਾਅਦ ਉਹਨਾਂ ਦੇ ਚਿਹਰਿਆਂ ਉੱਪਰ ਰੱਬ ਦਾ ਨੂਰ ਦਿਨੋ ਦਿਨ ਨਿਖਰਦਾ ਉਹਨਾਂ ਦੇ ਚਿਹਰੇ ਲਾਲ ਹੋ ਗਏ ਸਨ ਤੇ ਛੋਟੀ ਜਿਹੀ ਉਮਰ 'ਚ ਮਨ ਉਹਨਾਂ ਦਾ ਇੰਨਾ ਤਾਕਤਵਰ ਸੀ, ਅੱਖਾਂ ਵਿੱਚ ਅਵਤਾਰੀ ਨੂਰ ਸੀ, ਡਲਕ ਪੈਂਦਾ ਸੀ ਤੇ ਉਹਨਾਂ ਦਾ ਮਾਨਸਿਕ ਜਿਹੜਾ ਅਸੀਂ ਕਹਿ ਸਕਦੇ ਹਾਂ ਮਨ ਦੀ ਅਵਸਥਾ, ਉਹਦੇ ਅੰਦਰ ਸਿੱਖ ਦੁਸ਼ਮਣ ਤਾਕਤਾਂ, ਭਾਰਤ ਸਰਕਾਰ ਦੇ ਹਿੰਦੂ ਸਾਮਰਾਜ ਪ੍ਰਤੀ ਗੁੱਸੇ ਤੇ ਜੋਸ਼ ਦਾ ਜਿਹੜਾ ਝੱਖੜ ਝੁੱਲ ਰਿਹਾ ਸੀ, ਉਹ ਸਾਫ਼ ਸਾਹਮਣੇ ਸਪਸ਼ਟ ਝਲਕਦਾ ਸੀ ਉਹਨਾਂ ਦੇ ਚਿਹਰੇ ਤੋਂ। ਤੇ ਉਹਨਾਂ ਦੇ ਦਿਲਾਂ ਦੇ ਉਸ ਝੱਖੜ ਦੀ ਤੂਫਾਨੀ ਲਹਿਰਾਂ 'ਚ ਇੱਕ ਅਜਿਹੀ ਬਿਜਲੀ ਚਮਕਾਂ ਮਾਰਦੀ ਸੀ ਜਿਸ 'ਚ ਦੋ ਵੱਖ-ਵੱਖ ਅਸਰ ਪਾਉਣ ਵਾਲੀਆਂ ਤਾਕਤਾਂ ਕੰਮ ਕਰਦੀਆਂ ਦਿਸਦੀਆਂ ਸਨ। ਇੱਕ ਤਾਕਤ ਸੀ ਜਿਹੜੀ ਆਪਣੇ ਅੰਦਰ ਅਕਿਰਤਘਣ ਤੇ ਵਿਸ਼ਵਾਸਘਾਤਕ ਹਿੰਦੂ ਸਾਮਰਾਜ ਦੀ ਤਬਾਹੀ ਤੇ ਬਰਬਾਦੀ ਦਾ ਸੁਨੇਹਾ ਸਾਂਭੀ ਬੈਠੀ ਸੀ, ਤੇ ਦੂਜੀ ਤਾਕਤ ਸੀ ਕਿ ਇੱਕ ਅਜਿਹੀ ਮਿੱਠੀ ਪਿਆਰੀ, ਇੱਕ ਅਜਿਹੀ ਤਾਕਤ ਜੋ ਖਾਲਸਾ ਪੰਥ ਦੇ ਭਵਿੱਖ ਲਈ ਖੁਸ਼ੀ ਤੇ ਖੇੜੇ ਦੀਆਂ ਜਿਹੜੀਆਂ ਆਸਾਂ, ਉਮੀਦਾਂ ਸਨ ਤੇ ਸੰਭਾਵਨਾਵਾਂ ਸਨ, ਉਹਨਾਂ ਨੂੰ ਆਪਣੇ ਅੰਦਰ ਸਾਂਭੀ ਬੈਠੀ ਸੀ। ਸਿੰਘਾਂ ਦੀਆਂ ਪਤਨੀਆਂ ਨੇ ਉਹਨਾਂ ਦੇ ਪਰਿਵਾਰ ਦੇ ਹੋਰ ਜੀਆਂ ਤੇ ਹੋਰ ਜਿਹੜੇ ਮੈਂਬਰ ਸਨ, ਉਹ ਕੰਪਲੈਕਸ ਦੇ ਅੰਦਰ ਡਟੇ ਰਹਿਣ ਤੇ ਸ਼ਹੀਦੀਆਂ ਪਾਉਣ ਲਈ ਤਿਆਰ ਬੈਠੇ ਸਨ। ਪਰ ਇਹਦੇ ਬਾਵਜੂਦ ਇੱਕ ਬਜ਼ੁਰਗ
ਅਤੇ ਇੱਕ ਗਿਆਨੀ ਦਲੀਪ ਸਿੰਘ ਜੋ ਇੱਕ ਬਹੁਤ ਉੱਚ ਕੋਟੀ ਦੇ ਵਿਦਵਾਨ ਕਥਾਵਾਚਕ ਸਨ, ਤੇ ਗਿਆਨੀ ਮੋਹਨ ਸਿੰਘ ਜਿਹੜੇ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਆਪਣੀ ਸੇਵਾ ਨਿਭਾ ਰਹੇ ਸਨ। ਉਹਨਾਂ ਨੇ ਕੁਝ ਇੱਕ ਬੀਬੀਆਂ ਬੱਚਿਆਂ ਦਾ ਆਪਣੇ ਉੱਥੇ ਜਿਹੜਾ ਨਾਲ ਹੀ ਲੱਗਦਾ ਸੀ ਬਿਲਕੁਲ ਦਰਬਾਰ ਸਾਹਿਬ ਕੰਪਲੈਕਸ ਦੇ, ਉਹ ਆਪਣੇ ਨਿਵਾਸ ਉੱਪਰ ਪ੍ਰਬੰਧ ਕਰ ਦਿੱਤਾ। ਪਰ ਇਹਦੇ ਬਾਵਜੂਦ ਬੀਬੀ ਉਪਕਾਰ ਕੌਰ ਜਿਹੜੀ ਹਰਮਿੰਦਰ ਸਿੰਘ ਸੰਧੂ ਦੀ ਪਤਨੀ ਸੀ, ਉਹਨੂੰ ਅਕਾਲ ਰੈਸਟ ਹਾਊਸ ਵਾਲੇ ਪਾਸਿਓਂ ਬਾਬਾ ਅਟੱਲ ਸਾਹਿਬ ਵੱਲ ਦੇ ਕੁਆਟਰਾਂ ਵੱਲ ਭੇਜਿਆ ਜਾ ਰਿਹਾ ਸੀ। ਤਾਂ ਉਸੇ ਵੇਲੇ ਬੀਬੀ ਉਪਕਾਰ ਕੌਰ ਨੇ ਕਿਹਾ ਕਿ ਬਾਬਾ ਅਟੱਲ ਸਾਹਿਬ ਨਾਲ ਲੱਗਦੇ ਕੁਆਟਰ ਵੀ ਕੰਪਲੈਕਸ ਦੇ ਨਾਲ ਹੀ ਪੈਂਦੇ ਨੇ, ਫੇਰ ਕੀ ਹੋਇਆ ਜੇ ਸਾਨੂੰ ਇਸ ਪਾਸੇ ਵੱਲ ਚਲੇ ਜਾਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਬਸ ਸਾਨੂੰ ਤਾਂ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਲੇ ਦੁਸ਼ਟ ਇੱਕ ਵਾਰ ਨਜ਼ਰੀ ਪੈਣੇ ਚਾਹੀਦੇ ਨੇ, ਫੇਰ ਅਸੀਂ ਉਹਨਾਂ ਨੂੰ ਨੱਠਣ ਨਹੀਂ ਦੇਵਾਂਗੀਆਂ, ਜਿੰਨੇ ਸੋਧੇ ਜਾਣਗੇ ਸੋਧਾਂਗੀਆਂ। ਇਹ ਤਾਂ ਅਸੀਂ ਵੀ ਮਨੋ ਚਿੱਤੋਂ ਨਿਸ਼ਚਾ ਧਾਰ ਰੱਖਿਆ ਤੇ ਅਸੀਂ ਅਜਿਹਾ ਜ਼ਰੂਰ ਕਰਾਂਗੀਆਂ। ਤੇ ਉਹਨਾਂ ਦੇ ਜਿਹੜੇ ਹੱਥਾਂ ਦੇ ਵਿੱਚ ਪਿਸਤੌਲ ਸਨ, ਜਦੋਂ ਚੱਲ ਰਹੀਆਂ ਸਨ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲ ਸਨ ਤੇ ਉਹਨਾਂ ਦੇ ਮੋਢਿਆਂ ਦੇ ਉੱਤੇ ਕਾਰਤੂਸਾਂ ਦੇ ਬੈਗ ਸਨ। ਤੇ ਫੌਜ ਵੱਲੋਂ 5 ਜੂਨ ਵਾਲੇ ਦਿਨ ਕੰਪਲੈਕਸ ਤੇ ਪੂਰਾ ਦਿਨ ਫਾਇਰਿੰਗ ਤੇ ਗੋਲਾਬਾਰੀ ਕੀਤੀ ਜਾਂਦੀ ਰਹੀ। ਜਦੋਂ ਤੱਕ ਸੂਰਜ ਛਿਪ ਨਹੀਂ ਗਿਆ ਇਹ ਗੋਲਾਬਾਰੀ ਇਸ ਤਰੀਕੇ ਨਾਲ ਚੱਲਦੀ ਰਹੀ ਜਿਵੇਂ ਅਸੀਂ ਦੇਖਿਆ ਸੀਰੀਆ ਦੇ ਵਿੱਚ ਅੱਜ ਕੱਲ੍ਹ ਜੋ ਚੱਲ ਰਿਹਾ ਜਾਂ ਗਾਜ਼ਾ ਦੇ ਵਿੱਚ ਇਸਰਾਈਲੀ ਹਮਲੇ ਕੀਤੇ ਗਏ, ਉਸ ਤਰੀਕੇ ਤੇ ਉਸ ਨਾਲੋਂ ਵੀ ਜ਼ਿਆਦਾ ਭਿਆਨਕ ਉੱਥੇ ਗੋਲਾਬਾਰੀ ਕੀਤੀ ਗਈ ਸੀ। ਪਰ ਜਿਵੇਂ ਹੀ ਸੂਰਜ ਅਸਤ ਹੋਇਆ, ਸੂਰਜ ਛਿਪਿਆ, ਉਸ ਤੋਂ ਕੁਝ ਸਮਾਂ ਪਹਿਲਾਂ ਇਹ ਗੋਲਾਬਾਰੀ ਘਟੀ ਤੇ ਫਾਇਰਿੰਗ ਘਟੀ। ਤੇ ਇਹ ਗੋਲਾਬਾਰੀ ਤੇ ਫਾਇਰਿੰਗ ਘਟਣ ਦੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸੰਗਤਾਂ ਤੇ ਸਿੰਘਾਂ ਅੰਦਰ ਇੱਕ ਅਜਿਹੀ ਗੱਲ ਚੱਲ ਪਈ ਕਿ ਹੋ ਸਕਦਾ ਹੈ ਕਿ ਬਾਹਰ ਸਿੰਘਾਂ ਨੇ ਥਾਂ-ਥਾਂ ਦੇ ਉੱਪਰ ਬਗਾਵਤ ਦਾ ਝੰਡਾ ਚੁੱਕ ਲਿਆ ਹੋਵੇ ਤੇ ਉਹਨਾਂ ਨੇ ਪਿੰਡ-ਪਿੰਡ ਤੇ ਕਸਬੇ ਅੰਦਰ ਦੁਸ਼ਮਣਾਂ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹੋਣ, ਜਾਂ ਫਿਰ ਉਹਨਾਂ ਨੇ ਦੁਸ਼ਟਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਹੋਵੇ। ਤੇ ਦੂਜੇ ਪਾਸੇ ਸਿੱਖ ਫੌਜ ਨੇ ਵੀ ਆਪਣੇ ਜੰਗੀ ਸਾਜ਼ ਸਮਾਨ ਨਾਲ ਅੰਮ੍ਰਿਤਸਰ ਵੱਲ ਨੂੰ ਵਹੀਰਾਂ ਘੱਤ ਲਈਆਂ ਹੋਣ ਤੇ ਪੁਲਿਸ ਵਿੱਚ ਵੀ ਸਿੱਖਾਂ ਹਿੰਦੂਆਂ ਦਰਮਿਆਨ ਖੂਨੀ ਝੜਪਾਂ ਤੇਜ਼ ਹੋ ਗਈਆਂ ਹੋਣ। ਇਹ ਸੋਚ ਬਿਲਕੁਲ ਤਾਂ ਬਾਬਾ ਜਰਨੈਲ ਸਿੰਘ ਨੇ ਜਿਵੇਂ ਖਾਲਸਾ ਪੰਥ ਨੂੰ ਹੁਕਮ ਕੀਤਾ ਸੀ ਕਿ ਜਿਸ ਦਿਨ ਫੌਜ ਦਰਬਾਰ ਸਾਹਿਬ ਤੇ ਹਮਲਾ ਕਰਦੀ ਹੈ ਤੇ ਤੁਸੀਂ ਕੀ ਕਰਨਾ, ਉਸ ਦਿਨ ਤੁਹਾਡਾ ਫਰਜ਼ ਕੀ ਹੈ, ਤੁਹਾਡੀ ਡਿਊਟੀ ਕੀ ਹੈ। ਤੇ ਸਿੰਘਾਂ ਦਾ ਦਿਮਾਗ ਇਸ ਪਾਸੇ ਚੱਲ ਰਿਹਾ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ, ਸ਼ਾਇਦ ਇਸ ਕਰਕੇ ਜਿਹੜੀ ਗੋਲਾਬਾਰੀ ਹੈ ਉਹ ਘਟੀ ਹੈ, ਇਸ ਕਰਕੇ ਜਿਹੜੀ ਹੈ ਫਾਇਰਿੰਗ ਆ ਉਹਦੀ ਜਿਹੜੀ ਫ੍ਰੀਕੁਐਂਸੀ ਦੇ ਵਿੱਚ ਕਮੀ ਆਈ ਹੈ। ਸੋ ਇਹ ਵਿਚਾਰ ਅੰਤਰ ਚੱਲ ਰਹੇ ਨੇ। ਅਸਲ 'ਚ ਇਸ ਤਰ੍ਹਾਂ ਦੀ ਚਰਚਾ ਦੇ ਸ਼ੁਰੂ ਹੋਣ ਦਾ ਕਾਰਨ ਕੰਪਲੈਕਸ ਦੇ ਅੰਦਰ ਸਿੰਘਾਂ ਪਾਸ ਜਿਹੜਾ ਟਰਾਂਜਿਸਟਰ ਸੀ, ਵਾਕੀ ਟਾਕੀ ਮਤਲਬ ਇੱਕ ਵਾਇਰਲੈਸ ਸੈੱਟ ਸੀ, ਜਿਨ੍ਹਾਂ ਉੱਪਰ ਕਿਸੇ ਵੇਲੇ ਕੰਪਲੈਕਸ ਤੋਂ ਬਾਹਰ ਪੁਲਿਸ ਤੇ ਫੌਜ ਵੱਲੋਂ ਆਪਣੇ ਹੈੱਡਕੁਆਟਰਾਂ ਤੇ ਅੱਡਿਆਂ ਵੱਲ ਭੇਜੇ ਜਾਣ ਵਾਲੇ ਸੁਨੇਹੇ ਸੁਣ ਰਹੇ ਸਨ। ਸੰਕੇਤਕ ਜਿਹੇ ਰੂਪ 'ਚ ਸੁਣਾਈ ਦਿੰਦੇ ਸਨ, ਥੋੜੇ ਸੁਣਦੇ ਸਨ। ਉਹਨਾਂ ਛੋਟੇ ਵਾਇਰਲੈਸ ਸੈੱਟਾਂ ਰਾਹੀਂ ਸੰਕੇਤਕ ਰੂਪ 'ਚ ਮਿਲਣ ਵਾਲੇ ਸੰਕੇਤ ਤੇ ਹੁਕਮ ਜਿਹੜੇ ਦਿੱਤੇ ਜਾ ਰਹੇ ਸਨ ਉਹਨਾਂ ਤੇ ਪੁਲਿਸ ਨੂੰ ਜਾਂ ਹੋਰ ਥਾਣਿਆਂ ਨੂੰ, ਉਹਨਾਂ ਤੋਂ ਸਿੰਘਾਂ ਨੂੰ ਅੱਜ ਦੁਪਹਿਰ ਤੋਂ ਬਾਅਦ ਕੁਝ ਅਜਿਹੀਆਂ ਜਿਹੜੀਆਂ ਕਨਸੂਆਂ ਮਿਲ ਰਹੀਆਂ ਸਨ, ਖਬਰਾਂ ਮਿਲ ਰਹੀਆਂ ਸਨ, ਜਿਨ੍ਹਾਂ ਤੋਂ ਕੁਝ ਅਜਿਹਾ ਲੱਗਦਾ ਸੀ ਕਿ ਜਿਵੇਂ ਜ਼ਿਲ੍ਹਾ ਅੰਮ੍ਰਿਤਸਰ ਅੰਦਰ ਸਿੰਘਾਂ ਤੇ ਜੁਝਾਰੂ ਜਥਿਆਂ ਦੇ ਥਾਂ ਉੱਪਰ ਇਕੱਠ ਹੋ ਰਹੇ ਨੇ ਤੇ ਉਹ ਚਾਰ ਚੁਫੇਰੇ ਸਾਰੇ ਪਾਸੇ ਇੱਧਰ-ਉੱਧਰ ਫੈਲਦੇ ਤੁਰੇ ਜਾ ਰਹੇ ਨੇ। ਤੇ ਬਟਾਲਾ ਸ਼ਹਿਰ ਵਿੱਚ ਪੁਲਿਸ ਤੇ ਸਿੱਖ ਜਵਾਨਾਂ ਨੇ ਹਿੰਦੂ ਪੁਲਿਸ ਤੇ ਸਰਕਾਰ ਦੇ ਵਿਰੁੱਧ ਹਥਿਆਰ ਚੁੱਕ ਲਏ ਨੇ ਤੇ ਗੁਰਦਾਸਪੁਰ ਜ਼ਿਲ੍ਹੇ 'ਚ ਕੁਝ ਹੋਰ ਥਾਵਾਂ ਤੇ ਵੀ ਬਹੁਤ ਵੱਡੀ ਗੜਬੜ ਫੈਲ ਜਾਣ ਦੀ ਸੰਭਾਵਨਾ ਹੈ। ਤੇ ਇਹ ਗੱਲਾਂ ਸੱਚ ਵੀ ਨੇ ਬਿਲਕੁਲ। ਤੇ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਫੌਜੀ ਅਫਸਰ ਨੇ ਹੁਣ ਰਿਟਾਇਰ ਹੋ ਚੁੱਕੇ ਨੇ ਕਿਸੇ ਨਾ ਕਿਸੇ ਤਰ੍ਹਾਂ, ਕੋਈ BSF 'ਚ ਨੇ ਜਾਂ ਕੋਈ ਹੋਰ, ਤਾਂ ਉਹਨਾਂ ਨੇ ਇਹ ਗੱਲਾਂ ਕੀਤੀਆਂ ਨੇ। ਡੇ ਐਂਡ ਨਾਈਟ ਦੇ ਉਸ ਵੇਲੇ ਦੇ ਜਿਹੜੇ ਮੈਨੇਜਿੰਗ ਐਡੀਟਰ ਕੰਵਰ ਸੰਧੂ ਸਨ, ਉਹਨਾਂ ਦੇ ਨਾਲ ਬਹੁਤ ਸਾਰੇ ਅਫਸਰਾਂ ਨੇ ਗੱਲਬਾਤ ਕਰਦੇ ਹੋਏ ਇਹ ਗੱਲਾਂ ਦਾ ਖੁਲਾਸਾ ਕੀਤਾ। ਤਾਂ ਬਹੁਤ ਸਾਰੇ ਜਿਹੜੇ ਅਫਸਰ ਸਨ ਉਹਨਾਂ ਨੇ ਆਫ ਦੀ ਰਿਕਾਰਡ ਵੀ ਗੱਲ ਕੀਤੀ ਹੈ, ਜਿੰਨੀ ਕੋ ਕੈਮਰੇ ਅੱਗੇ ਕਰ ਸਕੇ ਉਹਨਾਂ ਨੇ ਕੀਤੀ, ਪਰ ਆਫ ਦੀ ਰਿਕਾਰਡ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਤੇ ਉਹ ਕੈਮਰੇ ਅੱਗੇ ਕਹਿਣ ਤੋਂ ਇਹ ਗੱਲਾਂ ਦਾ ਬਚਾਅ ਕਰ ਗਏ। ਇਹਦੇ ਇਲਾਵਾ ਅੰਦਰ ਸਿੰਘਾਂ ਨੇ ਵਾਕੀ ਟਾਕੀ ਜਾਂ ਵਾਇਰਲੈਸ ਸੈੱਟਾਂ ਤੋਂ ਕੁਝ ਇਸ ਤਰ੍ਹਾਂ ਦੇ ਸੁਨੇਹੇ ਵੀ ਸੁਣੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾ ਸਾਂਸੀ, ਮਜੀਠਾ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ, ਸੰਗਰਾਣਾ, ਗੋਲਵੜ, ਲਾਲੂ ਘੁੰਮਣ, ਨਾਗੋਕੇ, ਖਡੂਰ ਸਾਹਿਬ, ਹਰੀਕੇ ਪੱਤਣ, ਸਰਹਾਲੀ, ਤਰਨਤਾਰਨ, ਝਬਾਲ, ਬੀੜ ਬਾਬਾ ਬੁੱਢਾ ਜੀ ਤੇ ਹੋਰ ਬਹੁਤ ਸਾਰੇ ਇਲਾਕਿਆਂ 'ਚ ਫੌਜ ਨੂੰ ਹੋਰ ਭਾਰੀ ਗਿਣਤੀ 'ਚ ਭੇਜਣ ਲਈ ਹੁਕਮ ਦਿੱਤਾ ਜਾ ਰਿਹਾ ਸੀ। ਉਹਨਾਂ ਸੁਨੇਹਿਆਂ ਤੋਂ ਇਸ ਤਰ੍ਹਾਂ ਪਤਾ ਚੱਲਦਾ ਸੀ। ਤੇ ਇਹਨਾਂ ਸਾਰੀਆਂ ਗੱਲਾਂ ਤੋਂ ਬਿਨਾਂ 5 ਜੂਨ ਦੀ ਸਵੇਰ ਤੋਂ ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਤੇ ਬਾਹਰ ਦੂਰ ਤੱਕ ਦਿਨ ਭਰ
ਹੈਲੀਕਾਪਟਰ ਉਡਾਣਾ ਭਰਦੇ ਰਹੇ ਵੱਡੀ ਗਿਣਤੀ 'ਚ, ਤੇ ਹੈਲੀਕਾਪਟਰਾਂ ਦੀਆਂ ਸਰਗਰਮੀਆਂ ਨੇ ਵੀ ਕੰਪਲੈਕਸ ਦੇ ਅੰਦਰਲੀਆਂ ਸੰਗਤਾਂ ਤੇ ਸਿੰਘਾਂ ਦੇ ਮਨਾਂ ਦੇ ਵਿੱਚ ਕੁਝ ਸ਼ੰਕੇ ਪੈਦਾ ਕਰ ਦਿੱਤੇ ਕਿ ਬਾਹਰ ਪਿੰਡਾਂ ਕਸਬਿਆਂ ਤੇ ਪੰਜਾਬ ਦੇ ਹੋਰ ਅਲੱਗ-ਅਲੱਗ ਹਿੱਸਿਆਂ 'ਚ ਗੜਬੜ ਜ਼ਰੂਰ ਹੋ ਰਹੀ ਹੈ ਤੇ ਸਿੰਘਾਂ ਦੇ ਜਥੇ ਭਾਰੀ ਗਿਣਤੀ 'ਚ ਮੈਦਾਨ 'ਚ ਉਤਰ ਆਏ ਨੇ। ਇਸ ਤਰ੍ਹਾਂ ਦੇ ਅੰਦਰ ਅੰਦਾਜ਼ੇ ਲੱਗ ਰਹੇ ਨੇ। ਜਦੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਬਾਰੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਖਬਰ ਪਹੁੰਚੀ ਸ੍ਰੀ ਅਕਾਲ ਤਖ਼ਤ ਸਾਹਿਬ 'ਚ, ਤਾਂ ਉਹਨਾਂ ਨੇ ਉਸੇ ਵੇਲੇ ਜਥੇ ਦੇ ਕੁਝ ਸਿੰਘਾਂ ਤੇ ਫੈਡਰੇਸ਼ਨ ਦੇ ਜਵਾਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਰਾਹੀਂ ਕੰਪਲੈਕਸ ਦੇ ਅੰਦਰ ਸਾਰੇ ਮੋਰਚਿਆਂ 'ਚ ਆਪਣਾ ਇਹ ਹੁਕਮ ਭੇਜਿਆ ਕਿ ਸਿੰਘੋ, ਜੇ ਫੌਜ ਨੇ ਫਾਇਰਿੰਗ ਬੰਦ ਕਰ ਦਿੱਤੀ ਹੈ ਤਾਂ ਇਹਦਾ ਇਹ ਮਤਲਬ ਨਹੀਂ ਲੈਣਾ ਕਿ ਉਹਨਾਂ ਨੇ ਆਪਣਾ ਇਰਾਦਾ ਬਦਲ ਲਿਆ। ਹੋ ਸਕਦਾ ਹੈ ਕਿ ਦੁਸ਼ਮਣ ਦੀ ਇਹ ਕੋਈ ਨਵੀਂ ਚਾਲ ਹੋਵੇ ਤੇ ਉਹ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੋਵੇ, ਤੇ ਇਸ ਲਈ ਕਿਸੇ ਵੀ ਸਿੰਘ ਨੇ ਇੱਕ ਪਲ ਵਾਸਤੇ ਵੀ ਅਵੇਸਲਿਆ ਨਹੀਂ ਹੋਣਾ ਤੇ ਮੋਰਚਾ ਨਹੀਂ ਛੱਡਣਾ ਤੇ ਲਾਪਰਵਾਹੀ ਤੋਂ ਕੰਮ ਨਹੀਂ ਲੈਣਾ। ਸਭ ਸਿੰਘ ਤੇ ਫੈਡਰੇਸ਼ਨ ਦੇ ਜਵਾਨਾਂ ਨੂੰ 1 ਮਿੰਟ ਲਈ ਵੀ ਆਪਣਾ ਮੋਰਚਾ ਨਹੀਂ ਛੱਡਣਾ। ਹਰ ਪੱਖੋਂ ਹਰ ਪਾਸਿਓਂ ਹੁਸ਼ਿਆਰ ਤੇ ਤਿਆਰ ਹੋਗਾ ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਚਰਚਾ ਤੇ ਫਾਦੇ ਭਰੋਸਾ ਨਹੀਂ ਕਰਨਾ ਤੇ ਕਿਸੇ ਪੱਖੋਂ ਲਾਪਰਵਾਹੀ ਤੋਂ ਕੰਮ ਲੈਣਾ। ਆਪੋ ਆਪਣੇ ਮੋਰਚਿਆਂ ਦੇ ਅਸਲੇ ਤੇ ਪੂਰੀ ਤਿੱਖੀ ਨਜ਼ਰ ਰੱਖਣੀ ਹੈ ਤੇ ਜਿਹੜੇ ਦੂਜੇ ਬੰਦੇ ਹੋਣਗੇ ਜਥੇ ਤੋਂ ਬਿਨਾਂ ਜਾਂ ਜਿਹੜੇ ਲੜਾਈ ਨਹੀਂ ਕਰ ਰਹੇ, ਲੜਾਈ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਜਾਂ ਸੰਗਤ ਦੇ ਵੀ ਕੋਈ ਹੋਰ ਨੇ, ਤੇ ਉਹਨਾਂ ਦੇ ਉੱਪਰ ਵਸਾ ਨਹੀਂ ਖਾਣਾ ਕਿਸੇ ਤਰ੍ਹਾਂ ਦਾ, ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹਨਾਂ ਦੇ ਵਿੱਚ ਸਰਕਾਰ ਦਾ ਵੀ ਕੋਈ ਮੈਂਬਰ ਹੋ ਸਕਦਾ, ਸਰਕਾਰ ਦੀ ਕਿਸੇ ਏਜੰਸੀ ਦਾ ਵੀ ਬੰਦਾ ਹੋ ਸਕਦਾ। ਤੇ ਜਿਹੜੇ ਸਿੰਘ ਗਸ਼ਤ ਜਾਂ ਵੱਖ-ਵੱਖ ਨਾਕਿਆਂ ਦੇ ਉੱਪਰ ਪਹਿਰੇ ਤੇ ਨੇ, ਉਹਨਾਂ ਨੂੰ ਕੰਪਲੈਕਸ ਦੇ ਅੰਦਰ ਪੈਂਦੀਆਂ ਗਲੀਆਂ ਬਾਜ਼ਾਰਾਂ ਤੇ ਉਹਨਾਂ ਵੱਲ ਦੂਰ-ਦੂਰ ਤੱਕ ਤਾੜ ਰੱਖਣੀ ਚਾਹੀਦੀ ਹੈ। ਸਾਰੇ ਸਿੰਘਾਂ ਨੂੰ ਆਪੋ ਆਪਣੇ ਹਥਿਆਰ ਲੋਡ ਰੱਖਣੇ ਚਾਹੀਦੇ ਨੇ, ਪਰ ਗੋਲੀ ਐਵੇਂ ਕਿਧਰੇ ਸ਼ੱਕ ਵਿੱਚ ਨਹੀਂ ਚਲਾਉਣੀ ਸ਼ੁਰੂ ਕਰ ਦੇਣੀ। ਭਾਈ ਸੁਜਾਨ ਸਿੰਘ ਦੇ ਜਥੇ ਤੇ ਹੋਰ ਸਿੰਘ ਗਸ਼ਤ ਕਰਦੇ ਹੋਏ ਥਾਂ-ਥਾਂ ਤੇ ਸਾਰਿਆਂ ਕੋਲ ਪੁੱਜਦੇ ਰਹਿਣਗੇ। ਜੇ ਕਿਸੇ ਨੂੰ ਕਿਸੇ ਵੀ ਗੱਲ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਕਿਸੇ ਪੱਖੋਂ ਕੋਈ ਥੁੜ ਮਹਿਸੂਸ ਨਹੀਂ ਕਰਨੀ। ਉਸ ਹਾਲਤ 'ਚ ਉਹਨਾਂ ਨੂੰ ਉਸੇ ਵੇਲੇ ਦੱਸਣਾ, ਕਿਸੇ ਗੱਲੋਂ ਝਿਜਕਣਾ ਨਹੀਂ ਤੇ ਸੰਕੋਚ ਨਹੀਂ ਕਰਨਾ। ਤੁਸੀਂ ਇਸ ਵੇਲੇ ਜੰਗ ਦੇ ਮੈਦਾਨ 'ਚੋਂ, ਇਸ ਕਰਕੇ ਹਰ ਪੱਖੋਂ ਚੁਸਤ ਤੇ ਚੁਕੰਨੇ ਰਹਿਣਾ ਤੇ ਪੂਰੀ ਤਰ੍ਹਾਂ ਇਸ ਨਾਲ ਅਸਲੇ ਨਾਲ ਤੇ ਆਪਣੇ ਸਾਜ਼ੋ ਸਮਾਨ ਦੇ ਨਾਲ ਤਿਆਰ ਵੀ ਰਹਿਣਾ। ਤੇ ਬਾਬਾ ਜਰਨੈਲ ਸਿੰਘ ਨੇ ਆਪਣੇ ਇਸ ਸੰਦੇਸ਼ ਦੇ ਨਾਲ ਸਿੰਘਾਂ ਤੱਕ ਆਪਣੇ ਮਨ ਦੇ ਹਾਵਾਂ ਭਾਵਾਂ ਨਾਲ ਜੁੜੀ ਹੋਈ ਇਹ ਗੱਲ ਪਹੁੰਚਾ ਦਿੱਤੀ ਕਿ ਸਿੰਘੋ, ਜਿਸ ਤਰ੍ਹਾਂ ਤੁਸੀਂ ਅੱਜ ਸਵੇਰ ਤੋਂ ਹੀ ਹਰ ਪੱਖੋਂ ਸਾਵਧਾਨ ਰਹੇ ਹੋ ਤੇ ਦੁਸ਼ਟਾਂ ਵੱਲੋਂ ਕੀਤੀ ਜਾ ਰਹੀ ਗੋਲਾਬਾਰੀ ਤੇ ਫਾਇਰਿੰਗ ਦਾ ਵੀ ਤੁਸੀਂ ਡਟ ਕੇ ਜਵਾਬ ਦੇ ਰਹੇ ਹੋ, ਉਸੇ ਤਰ੍ਹਾਂ ਤੁਸੀਂ ਅੱਜ ਰਾਤ ਦੇ ਸਮੇਂ ਵੀ ਉਸੇ ਹੀ ਜੋਸ਼ ਤੇ ਜਜ਼ਬੇ ਦੇ ਉਤਸ਼ਾਹ ਨਾਲ ਹਰ ਪੱਖ ਤੋਂ ਤੁਸੀਂ ਚੌਕਸ ਰਹਿਣਾ। ਜੇ ਆਪਾਂ ਸਾਰੇ ਇਹਨਾਂ ਟੋਪੀ ਵਾਲਿਆਂ ਦੀ ਬਾਂਦਰ ਫੌਜ ਹੈ ਜਿਹੜੀ, ਉਹਨੂੰ ਵੱਡੀ ਗਿਣਤੀ 'ਚ ਸੋਧ ਕੇ ਸ਼ਹੀਦੀਆਂ ਪਾਵਾਂਗੇ ਤਾਂ ਫਿਰ ਇਸ ਗੱਲ ਦੇ ਨਾਲ ਖਾਲਸਾ ਪੰਥ ਦਾ ਇਤਿਹਾਸ ਆ ਜਿਹੜਾ ਉਹ ਹੋਰ ਚਮਕੇਗਾ ਤੇ ਸੰਸਾਰ ਭਰ ਦੇ ਲੋਕਾਂ ਦੇ ਅੰਦਰ ਵੱਡੇ ਪੱਧਰ ਦੇ ਵੱਡੇ ਰੂਪ ਦੇ ਵਿੱਚ ਇਹ ਰੌਸ਼ਨੀ ਮੁਹੱਈਆ ਕਰਵਾਏਗਾ ਸਾਰਿਆਂ ਨੂੰ। ਤੇ ਇਸ ਤੋਂ ਬਿਨਾਂ ਸਿੱਖ ਕੌਮ ਨੂੰ ਇਸ ਗੱਲ ਦਾ ਵੀ ਬਲ ਮਿਲੇਗਾ, ਤਾਕਤ ਮਿਲੇਗੀ ਕਿ ਸਿੰਘ ਦੁਸ਼ਟਾਂ ਦੇ ਮੁਕਾਬਲੇ ਗਿਣਤੀ ਪੱਖੋਂ ਆਟੇ 'ਚ ਲੂਣ ਦੇ ਬਰਾਬਰ ਹੁੰਦੇ ਹੋਏ ਵੀ ਉਹਨਾਂ ਦੇ ਉੱਪਰ ਭਾਰੂ ਰਹੇ ਸਨ ਤੇ ਆਪਣੇ ਆਖਰੀ ਸਵਾਸਾਂ ਤੱਕ ਗੋਲੀ ਦਾ ਜਵਾਬ ਗੋਲੀ 'ਚ ਦਿੰਦੇ ਰਹੇ। ਤੇ ਤੁਹਾਡੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਇਸ ਪਵਿੱਤਰ ਧਰਤੀ ਉੱਪਰ ਭਾਰਤੀ ਫੌਜ ਦੇ ਮੁਕਾਬਲੇ ਲੜੇ ਜਾਣ ਵਾਲੇ ਇਸ ਯੁੱਧ ਦਾ ਅਸਰ ਸਿੱਖ ਕੌਮ ਦੇ ਸਮੁੱਚੇ ਜੀਵਨ ਕਾਲ, ਵਰਤਮਾਨ ਤੇ ਭਵਿੱਖ ਤੇ ਬਹੁਤ ਹੀ ਡੂੰਘੇ ਰੂਪ 'ਚ ਪੈਣਾ ਤੇ ਭਵਿੱਖ ਦੀਆਂ ਪੀੜ੍ਹੀਆਂ ਆਉਣ ਵਾਲੇ ਸਮਿਆਂ ਤੇ ਆਉਣ ਵਾਲੇ ਯੁੱਗਾਂ 'ਚ ਉਸ ਅਸਰ ਨੂੰ ਕਬੂਲਣ ਤੋਂ ਬਿਨਾਂ ਰਹਿ ਨਹੀਂ ਸਕਣਗੀਆਂ। ਜੋ ਅਸਰ ਤੁਸੀਂ ਉਹਨਾਂ ਲਈ ਅੱਜ ਇੱਥੇ ਛੱਡੋਗੇ ਤੇ ਜੇ ਤੁਸੀਂ ਇਹਨਾਂ ਦਿਨਾਂ 'ਚ ਦੁਸ਼ਮਣ ਫੌਜ ਦੇ ਮੁਕਾਬਲੇ ਆਪਣੇ ਪੁਰਖਿਆਂ ਦੇ ਵਾਂਗ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਅੰਦਰ ਕੋਈ ਤਾਕਤਵਰ ਚਮਤਕਾਰ ਦਿਖਾਉਣ 'ਚ ਕਾਮਯਾਬ ਹੋ ਗਏ ਤਾਂ ਫਿਰ ਉਸ ਹਾਲਤ ਦੇ ਵਿੱਚ ਸਿੱਖ ਕੌਮ ਨੂੰ ਰਹਿੰਦੀ ਦੁਨੀਆ ਤੱਕ ਤੁਹਾਡੇ ਇਸ ਕਾਰਨਾਮੇ ਦੇ ਉੱਪਰ ਮਾਣ ਮਹਿਸੂਸ ਹੁੰਦਾ ਰਹੇਗਾ ਤੇ ਤੁਹਾਡੀਆਂ ਕੁਰਬਾਨੀਆਂ ਖਾਲਸਾ ਪੰਥ ਦੀ ਆਜ਼ਾਦੀ ਲਈ ਤੇ ਚੜ੍ਹਦੀ ਕਲਾ ਲਈ ਇੱਕ ਨਵਾਂ ਮੀਲ ਪੱਥਰ ਸਾਬਤ ਹੋਣਗੀਆਂ। ਉਸ ਵੇਲੇ ਫਿਰ ਤੁਹਾਡੇ ਇਸ ਮਨੋਬਲ, ਇਸ ਤਾਕਤ, ਇਸ ਜੁਰਤ, ਜੁਝਾਰੂ ਜਜ਼ਬੇ, ਫੌਜੀ ਖੂਬੀਆਂ, ਇਹ ਵਡਿਆਈਆਂ ਨਾਲ ਕਾਰਨਾਮੇ ਤੇ ਸਿੱਖ ਧਰਮ ਦੀ ਰਾਖੀ ਤੇ ਸਿੱਖ ਕੌਮ ਦੀ ਆਜ਼ਾਦ ਖੁਦਮੁਖਤਿਆਰੀ ਦੀ ਪ੍ਰਾਪਤੀ ਲਈ ਇਹ ਲੜੇ ਜਾ ਰਹੇ ਸੰਘਰਸ਼ ਤੇ ਇਹ ਲਹੂ ਡੋਲਵੇਂ ਯੁੱਧ ਦੀ ਜਿਹੜੀ ਕਹਾਣੀ ਹੈ, ਇਹਦੇ ਕਿੱਸੇ ਜਿੱਥੇ ਖਾਲਸਾ ਪੰਥ ਲਈ ਤਾਕਤ ਤੇ ਉਤਸ਼ਾਹ ਦਾ ਸੋਮਾ ਬਣਨਗੇ, ਉੱਥੇ ਸਾਡੀ ਸਾਰਿਆਂ ਦੀ ਜਿਹੜੀ ਆਤਮਿਕ ਪ੍ਰਸੰਨਤਾ ਦਾ ਕਾਰਨ ਵੀ ਬਣੇ ਰਹਿਣਗੇ। ਤੇ ਜੇ ਅਸੀਂ ਗੁਰੂ ਘਰ ਤੇ ਗੁਰੂ ਪੰਥ ਦੀ ਖਾਤਰ ਆਪਣੀ ਪੂਰੀ ਤਾਕਤ ਤੇ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਤੇ ਧਰਮ ਪਾਲ ਗਏ, ਫਿਰ ਇਹ ਗੱਲ ਯਕੀਨੀ ਸਮਝੋ ਸਿੰਘੋ ਕਿ ਸਿੱਖ ਦੁਸ਼ਮਣ ਤਾਕਤਾਂ ਦੇ ਵਿਨਾਸ਼ ਦੀ ਘੜੀ ਤੇ ਖਾਲਸਾ ਰਾਜ ਦੀ ਮੰਜ਼ਿਲ
ਇਹ ਦੋਵੇਂ ਸਾਡੇ ਨੇੜੇ ਖੜੀਆਂ ਨੇ। ਆਹ ਦੇਖ ਲਓ, ਦਰਸ਼ਨ ਕਰ ਲਓ। ਖਾਲਸਾ ਜੀ, ਇਸ ਵੇਲੇ ਅਸੀਂ ਜਿੱਥੇ ਬੈਠੇ ਖੜੋਤੇ ਹਾਂ ਤੇ ਗੁਰੂ ਘਰ ਦੇ ਇਸ ਪਵਿੱਤਰ ਅਸਥਾਨ ਤੋਂ ਜੋ ਸਾਨੂੰ ਇੱਕ ਅਮੀਰ ਵਿਰਸੇ ਦੀ ਦੌਲਤ ਨਸੀਬ ਹੋਈ ਹੈ, ਉਹ ਕਿਸੇ ਭਾਗਾਂ ਵਾਲੀ ਕੌਮ ਨੂੰ ਨਸੀਬ ਹੁੰਦੀ ਹੈ। ਇਸ ਕਰਕੇ ਸਾਨੂੰ ਇਸ ਦੌਲਤ ਦੀ ਅਮੀਰੀ ਤੇ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਜ਼ਰੂਰ ਸਿਰ ਧੜ ਦੀ ਬਾਜ਼ੀ ਲਾਉਣੀ ਚਾਹੀਦੀ ਹੈ। ਸੋ ਇਸ ਵਾਸਤੇ ਸਿੰਘੋ ਕਿਧਰੇ ਭੁੱਲ ਕੇ ਵੀ ਅਵੇਸਲੇ ਨਹੀਂ ਹੋਣਾ ਤੇ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਦਿਖਾਉਣੀ, ਕਿਉਂਕਿ ਵਰਤਮਾਨ ਪਰਿਸਥਿਤੀਆਂ, ਵਰਤਮਾਨ ਹਾਲਤ 'ਚ ਤੁਹਾਡੀ ਇੱਕ ਗੱਲ, ਇੱਕ ਹਰਕਤ ਤੇ ਤੁਹਾਡੀ ਸੋਚ, ਤੁਹਾਡੀ ਨੀਤੀ, ਤੁਹਾਡੀ ਭਾਵਨਾ ਤੇ ਤੁਹਾਡੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੇ ਸਮੁੱਚੀ ਸਿੱਖ ਕੌਮ ਦੇ ਅਨੁਭਵ, ਤਜਰਬੇ ਤੇ ਅਮਲ ਕਰਮ ਦੀਆਂ ਜਿਹੜੀਆਂ ਨੀਤੀਆਂ ਨੇ ਤੇ ਸਰਗਰਮੀਆਂ ਨੇ, ਉਹਨਾਂ ਤੇ ਬਹੁਤ ਲੰਮੇ ਸਮੇਂ ਤੱਕ ਜਿਉਂਦਾ ਰਹਿਣਾ ਤੇ ਕੌਮ ਦੇ ਉੱਤੇ ਅਸਰ ਪਾਉਂਦੇ ਰਹਿਣਾ ਤੁਹਾਡੀਆਂ ਇਹਨਾਂ ਕਾਰਵਾਈਆਂ ਨੇ। ਸਿੰਘ ਭਾਵੇਂ ਪਿਛਲੇ 3 ਦਿਨਾਂ ਤੋਂ ਪੂਰੀ ਨੀਂਦ ਨਹੀਂ ਸਨ ਸੌਂ ਸਕੇ, ਪਰ ਚਾਰੇ ਪਾਸੇ ਲਗਾਤਾਰ ਭਾਰੀ ਭੱਜ ਨੱਠ ਤੇ ਜੰਗ ਯੁੱਧ ਦੀ ਹਾਲਤ 'ਚ ਰਹਿਣ ਕਾਰਨ ਉਹਨਾਂ ਨੂੰ ਜ਼ਬਰਦਸਤ ਮਾਨਸਿਕ ਤੇ ਸਰੀਰਕ ਜਿਹੜੀ ਮੁਸ਼ੱਕਤ ਸੀ ਉਹਦੇ 'ਚੋਂ ਲੰਘਣਾ ਪੈ ਰਿਹਾ ਸੀ, ਪਰ ਉਹ ਫੇਰ ਵੀ ਆਪਣੇ ਤਾਕਤਵਰ ਮਨੋਬਲ ਦੇ ਕਰਕੇ ਬਿਲਕੁਲ ਤਾਜ਼ਾ ਦਮ ਲੱਗ ਰਹੇ ਸਨ ਤੇ ਇੱਧਰ ਉੱਧਰ ਇੰਨੀ ਫੁਰਤੀ ਨਾਲ ਦੌੜ ਰਹੇ ਸਨ ਜਿਵੇਂ ਇਸ ਤਰ੍ਹਾਂ ਲੱਗਦਾ ਕਿ ਹੁਣੇ ਉਹ ਬਹੁਤ ਜ਼ਿਆਦਾ ਤਰੋ ਤਾਜ਼ਾ ਹੋਏ ਹੋਣ। ਕਿਉਂਕਿ ਬਾਬਾ ਜਰਨੈਲ ਸਿੰਘ ਦੀ ਜਿਹੜੀ ਸ਼ਖਸੀਅਤ ਦੀ ਅਸੀਂ ਗੱਲ ਕੀਤੀ ਹੈ ਪਿੱਛੇ ਤੇ ਹੁਣ ਕਰ ਰਹੇ ਹਾਂ, ਉਹ ਸ਼ਖਸੀਅਤ ਦਾ ਉਹਨਾਂ ਦੇ ਉੱਪਰ ਅਜਿਹਾ ਦਿਲ ਟੁੰਬਵਾਂ ਅਸਰ ਸੀ ਕਿ ਬਾਬਾ ਜਰਨੈਲ ਸਿੰਘ ਵੱਲੋਂ ਕੋਈ ਵੀ ਸੁਨੇਹਾ ਮਿਲਦਿਆਂ ਸਾਰ ਹੀ, ਭਾਵੇਂ ਉਹ ਕਿੰਨੀ ਵੀ ਕਠਿਨਾਈ 'ਚ ਕਿਉਂ ਨਾ ਹੋਣ, ਕਿੰਨਾ ਵੀ ਮੁਸ਼ਕਲ ਪਾਉਣ ਵਾਲਾ ਸੁਨੇਹਾ ਕਿਉਂ ਨਾ ਹੋਵੇ, ਉਹਨਾਂ ਦਾ ਸਿੰਘਾਂ ਦਾ ਮਨੋਬਲ ਸੀ, ਜਿਹੜੀ ਚੜ੍ਹਦੀ ਕਲਾ ਸੀ, ਉਹ ਹੋਰ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਸਨ। ਹੋਰ ਜ਼ਿਆਦਾ ਉਹ ਆਪਣੇ ਆਪ ਦੇ ਵਿੱਚ ਜ਼ੋਰ ਦਿਖਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਸਨ ਤੇ ਭੁੱਖ, ਪਿਆਸ, ਥਕਾਵਟ ਜਾਂ ਅਵੇਸਲਾਪਣ ਜਾਂ ਸੁਸਤੀ ਉਹਨਾਂ ਦੇ ਨੇੜੇ ਤੇੜੇ ਨਹੀਂ ਸੀ ਕਿਤੇ, 3 ਦਿਨਾਂ ਤੋਂ ਲਗਾਤਾਰ। ਤੇ ਬਾਬਾ ਜਰਨੈਲ ਸਿੰਘ ਦੀ ਹਸਤੀ, ਉਹਨਾਂ ਦੇ ਹਰ ਬੋਲ ਦਾ, ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਸਿੰਘਾਂ ਤੇ ਨੌਜਵਾਨਾਂ ਉੱਪਰ ਇੰਨਾ ਅਸਰ ਪੈਂਦਾ ਸੀ ਕਿ ਹਰ ਸਿੰਘ ਉਸ ਅਸਰ ਨੂੰ ਆਪਣੇ ਜੀਵਨ ਦੀ ਅਮਲ ਕਰਮ ਤੇ ਅਨੁਭਵ 'ਚ ਸਮਾ ਕੇ ਆਪਣਾ ਸੀਸ ਸਿੱਖ ਧਰਮ ਤੇ ਖਾਲਸਾ ਪੰਥ ਤੋਂ ਨਿਛਾਵਰ ਕਰਨ ਲਈ, ਵਾਰ ਦੇਣ ਲਈ ਤਤਪਰ ਹੋ ਜਾਂਦਾ ਸੀ, ਤਿਆਰ ਹੋ ਜਾਂਦਾ ਸੀ। ਤੇ ਇੱਥੋਂ ਤੱਕ ਕਿ ਕੋਈ ਵੀ ਸਿੰਘ ਬਾਬਾ ਜਰਨੈਲ ਸਿੰਘ ਦੇ ਕਿਸੇ ਹੁਕਮ ਨੂੰ ਆਪਣੇ ਮਨ ਦੇ ਉੱਪਰ ਭਾਰ ਜਾਂ ਆਪਣੇ ਲਈ ਕੋਈ ਠੋਸਿਆ ਹੋਇਆ ਹੁਕਮ ਨਹੀਂ ਸੀ ਸਮਝਦਾ, ਸਗੋਂ ਉਸ ਨੂੰ ਇੱਕ ਅਜਿਹਾ ਹੁਕਮ ਸਮਝਦਾ ਸੀ ਜਿਹਦੇ 'ਚ ਗੁਰੂ ਘਰ ਦੇ ਆਸ਼ੇ ਉਦੇਸ਼, ਸ਼ਹੀਦ ਸਿੰਘਾਂ ਦੇ ਸੁਪਨੇ ਤੇ ਖਾਲਸਾ ਪੰਥ ਦੀਆਂ, ਖਾਲਸਾ ਰਾਜ ਦੇ ਪ੍ਰਤੀ ਰੀਝਾਂ ਤੇ ਸੰਕਲਪ ਖੇਡ ਰਹੇ ਹੋਣ ਉਸ ਹੁਕਮ ਦੇ ਵਿੱਚ। ਤੇ ਉਹ ਚਾਹੁੰਦੇ ਸਨ ਕਿ ਅਜਿਹਾ ਹੁਕਮ ਹੋਵੇ, ਜੇ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਹੁਕਮ ਦੇਣ ਕਿ ਤੁਸੀਂ ਮੈਦਾਨ ਦੇ ਵਿੱਚ ਜਾ ਕੇ ਅੱਗੇ, ਤੁਸੀਂ ਸੈਨਾ ਮੋਰਚਿਆਂ ਦੇ ਵਿੱਚ ਜਾ ਕੇ ਫੌਜੀਆਂ ਦੇ, ਤਾਂ ਉਹ ਵੀ ਪਿੱਛੇ ਨਹੀਂ ਹਟਣਗੇ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰਲੇ ਟੈਲੀਫੋਨ ਤੇ ਬਾਕੀ ਜੋ ਵੀ ਕਮਿਊਨੀਕੇਸ਼ਨ ਦੇ ਸਾਧਨ ਸਨ ਤੇ ਅੰਮ੍ਰਿਤਸਰ ਸ਼ਹਿਰ ਦੇ ਜਿੰਨੇ ਵੀ ਟੈਲੀਫੋਨ ਸਨ, ਉਹ ਕੱਟਣ ਤੋਂ ਪਹਿਲਾਂ, ਜਿਹੜੇ ਅਸੀਂ ਪਹਿਲਾਂ ਵੀ ਦੱਸਿਆ, ਗੱਲ ਕੀਤੀ ਐਪੀਸੋਡ ਦੇ ਵਿੱਚ, ਕਿ ਜਿਹੜਾ ਸਾਰੇ ਸਾਧਨ ਕੱਟ ਦੇਣ ਤੋਂ ਬਾਅਦ ਸਿਰਫ ਇੱਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਲੌਂਗੋਵਾਲ ਦੇ ਕਮਰੇ 'ਚ ਸੀ ਜਿਹੜਾ ਟੈਲੀਫੋਨ, ਉਹ ਅਖੀਰ ਤੱਕ ਜਿਹੜੇ ਸਾਡੀ ਖੋਜ ਦੇ ਮੁਤਾਬਕ ਉਹ ਚੱਲਦਾ ਰਿਹਾ ਸੀ ਟੈਲੀਫੋਨ। ਤੇ ਕਹਿੰਦੇ ਨੇ ਕਿ ਉੱਥੋਂ ਆਖਰੀ ਸਮੇਂ ਤੱਕ ਦਿੱਲੀ ਗੱਲਬਾਤ ਹੁੰਦੀ ਰਹੀ ਉਹਨਾਂ ਦੀ, ਤੇ ਜਿਵੇਂ ਜਿਵੇਂ ਉੱਥੋਂ ਹੁਕਮ ਮਿਲਦੇ ਗਏ ਤੇ ਬਾਹਰ ਫੌਜੀ ਕਮਾਂਡਰਾਂ ਦੇ ਨਾਲ ਗੱਲਬਾਤ ਹੁੰਦੀ ਰਹੀ, ਉਸ ਤਰੀਕੇ ਨਾਲ ਉਹਨਾਂ ਨੂੰ ਸੁਰੱਖਿਅਤ ਰੱਖਿਆ ਗਿਆ। ਤੇ ਇੱਕ ਪੂਰੀ ਫੌਜੀ ਟੁਕੜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਉਸ ਕਮਰੇ ਤੇ ਨਿਗਾਹ ਰੱਖੀ ਬੈਠੀ ਸੀ। ਬਾਹਰੋਂ ਲੰਮੀ ਦੂਰੀ ਦੀ ਮਾਰ ਕਰਨ ਵਾਲੀਆਂ ਜਿਹੜੀਆਂ ਹੈਵੀ ਮਸ਼ੀਨ ਗੰਨਾਂ ਉੱਥੇ ਬੀੜੀਆਂ ਗਈਆਂ ਸਨ ਕਿ ਜੇਕਰ ਕੋਈ ਹਥਿਆਰਬੰਦ ਬੰਦਾ ਉਹਦੇ ਨੇੜੇ ਤੇੜੇ ਫੜਕਦਾ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ, ਤਾਂ ਫਿਰ ਉਹ ਜਿਹੜਾ ਹੈ ਉਸ ਨੂੰ ਨੇੜੇ ਨਹੀਂ ਸਨ ਲੱਗਣ ਦਿੰਦੀਆਂ, ਉਹਨੂੰ ਸੁਰੱਖਿਅਤ ਰੱਖਿਆ ਗਿਆ ਸੀ। ਤੇ ਇਹਦੇ ਨਾਲ ਹੀ ਬਿਜਲੀ ਦੀ ਸਪਲਾਈ ਬੰਦ ਹੋਣ ਕਰਕੇ ਪੂਰਾ ਕੰਪਲੈਕਸ ਤੇ ਇਹਦਾ ਆਲਾ ਦੁਆਲਾ ਪੂਰਾ ਹਨੇਰੇ ਦੇ ਵਿੱਚ ਸੀ ਤੇ ਦਰਬਾਰ ਸਾਹਿਬ ਦੇ ਜਨਰੇਟਰ ਵੀ ਚਲਾਏ ਨਹੀਂ ਸਨ ਜਾ ਸਕਦੇ, ਕਿਉਂਕਿ ਅਜਿਹੀ ਹਾਲਤ ਦੇ ਵਿੱਚ ਕੰਪਲੈਕਸ ਦੇ ਅੰਦਰ ਰੋਸ਼ਨੀ ਦਾ ਪ੍ਰਬੰਧ ਕਰਨ ਦੇ ਨਾਲ ਕੰਪਲੈਕਸ ਤੋਂ ਬਾਹਰ ਦੂਰ ਤੱਕ ਉੱਚੀਆਂ ਇਮਾਰਤਾਂ ਉੱਪਰ ਮੋਰਚੇ ਸਾਂਭੀ ਬੈਠੇ ਫੌਜੀਆਂ ਨੂੰ ਦਰਬਾਰ ਸਾਹਿਬ ਅੰਦਰ ਜਿਹੜੀਆਂ ਸਰਗਰਮੀਆਂ ਨੇ ਸਾਫ਼ ਦਿਖਾਈ ਦੇਣੀਆਂ ਸਨ, ਤੇ ਜਿਸ ਕਰਕੇ ਸਾਰੇ ਪਾਸੇ ਹਨੇਰਾ ਹੀ ਹਨੇਰਾ ਸੀ। ਇੱਕ ਗੱਲੋਂ ਮੋਰਚਿਆਂ 'ਚ ਜਿਹੜੇ ਸਿੰਘ ਬੈਠੇ ਸਨ ਉਹਨਾਂ ਲਈ ਇੱਕ ਗੱਲੋਂ ਠੀਕ ਸੀ।
ਜੇ ਕੰਪਲੈਕਸ ਦੇ ਅੰਦਰ ਕਿਸੇ ਪਾਸਿਓਂ ਚਾਨਣ ਦੀ ਮੱਧਮ ਜਿਹੀ ਰੌਸ਼ਨੀ ਬੇਮਲੂਮੇ ਰੂਪ 'ਚ ਮੋਟੇ ਰੰਗਦਾਰ ਕੱਪੜਿਆਂ ਦੇ ਪਰਦਿਆਂ 'ਚ ਪੈਂਦੀ ਨਜ਼ਰ ਪੈਂਦੀ ਵੀ ਸੀ ਤਾਂ ਉਹ ਸ਼੍ਰੀ ਹਰਿਮੰਦਰ ਸਾਹਿਬ ਦਾ ਭਵਨ ਸੀ, ਜਿਹੜਾ ਭਾਰਤੀ ਫੌਜ ਦੀਆਂ ਗੋਲੀਆਂ ਨਾਲ ਛਲਣੀ ਹੋਇਆ ਪਿਆ ਸੀ। ਤੇ ਇਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮੰਜ਼ਿਲ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਕਰਕੇ ਉੱਥੇ ਵੀ ਜਿਹੜੀ ਮੱਧਮ ਜਿਹੀ ਲੋ ਨਜ਼ਰੀ ਆ ਰਹੀ ਸੀ ਉਹ ਵੀ ਐਵੇਂ ਨਾਮ ਮਾਤਰ ਸੀ, ਐਵੇਂ ਥੋੜੀ ਜਿਹੀ ਸੀ। ਸ਼੍ਰੀ ਹਰਿਮੰਦਰ ਸਾਹਿਬ ਜਿੱਥੇ ਸਮੁੱਚੀ ਮਨੁੱਖਤਾ ਨੂੰ ਉੱਥੇ ਦਰਸ਼ਨ ਕਰਕੇ ਆਤਮਿਕ ਤ੍ਰਿਪਤੀ ਮਿਲਦੀ ਹੈ, ਗਿਆਨ ਦੀ ਰੌਸ਼ਨੀ ਨਸੀਬ ਹੁੰਦੀ ਹੈ। ਅੱਜ 5 ਜੂਨ ਨੂੰ ਉਸ ਦੇ ਦੁਆਲੇ ਦੂਰ ਗੁਰੂ ਘਰ ਤੇ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਆਪਣੀ ਫੌਜੀ ਜੰਗੀ ਤਾਕਤ ਦੇ ਪੰਜੇ ਫੈਲਾਈ ਲਗਾਤਾਰ ਗੋਲੀਬਾਰੀ ਕਰ ਰਹੀਆਂ ਨੇ ਉਹਦੇ ਤੇ ਜਿਸ ਹਰਿਮੰਦਰ ਸਾਹਿਬ ਤੋਂ ਸਮੇਂ-ਸਮੇਂ ਹਜ਼ਾਰਾਂ ਸਿੰਘਾਂ ਨੇ ਤਾਕਤ ਤੇ ਰੌਸ਼ਨੀ ਲੈ ਕੇ ਆਪਣੇ ਸੀਸ ਤਲੀ ਦੇ ਉੱਤੇ ਟਿਕਾ ਕੇ ਜੰਗੇ ਮੈਦਾਨ 'ਚ ਜੂਝ ਕੇ ਹਿੰਦੁਸਤਾਨ ਤੇ ਉਹਦੇ ਕਰੋੜਾਂ ਹਿੰਦੂਆਂ ਨੂੰ ਵਿਦੇਸ਼ੀਆਂ ਹੱਥੋਂ ਬਚਾਇਆ। ਆਏ ਦਿਨ ਉਹਨਾਂ ਦੇ ਪੈਣ ਵਾਲੀਆਂ ਕੁੱਟਾਂ ਨੂੰ ਤੇ ਗੁਲਾਮੀ ਦੀ ਜ਼ਲਾਲਤ ਤੇ ਬਰਬਾਦੀ ਦੇ ਝੱਖੜਾਂ ਹਨੇਰਿਆਂ 'ਚ ਗਰਕ ਹੋਣ ਤੋਂ ਬਾਰ-ਬਾਰ ਬਚਾਇਆ। ਅੱਜ ਉਹਨਾਂ ਹੀ ਹਿੰਦੂਆਂ ਦੀ ਹਕੂਮਤ ਦੇ ਲਾਮ ਲਸ਼ਕਰ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਤੇ ਉਹਦੇ ਆਲੇ-ਦੁਆਲੇ ਨੂੰ ਤੋਪਾਂ ਤੇ ਮਸ਼ੀਨ ਗੰਨਾਂ ਦੇ ਪਹਿਰੇ ਹੇਠ ਘੁੱਪ ਹਨੇਰੇ ਦੇ ਵਿੱਚ ਡੁਬੋਇਆ ਹੋਇਆ ਸੀ ਤੇ ਉੱਥੇ ਕੋਈ ਵੀ ਚਾਹੇ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਕਿਸੇ ਇਮਾਰਤ ਦੇ ਉੱਤੇ, ਚਾਹੇ ਅੰਦਰ ਕੋਈ ਸਿੰਘ ਜਾਂ ਕੋਈ ਹੋਰ ਗ੍ਰੰਥੀ ਸਿੰਘ ਉਹ ਹਿਲਜੁਲ ਕਰਦਾ ਸੀ, ਉਸ ਨੂੰ ਵੀ ਨਾਲ ਦੀ ਨਾਲ ਹੀ ਗੋਲੀ ਨਾਲ ਭੁੰਨ ਦਿੱਤਾ ਜਾਂਦਾ ਸੀ। ਪਰ ਸਭ ਪਾਸੇ ਫੈਲੇ ਹੋਏ ਇਸ ਘੁੱਪ ਹਨੇਰੇ ਤੇ ਫੌਜੀ ਹਮਲੇ ਦੀ ਸੰਭਾਵਨਾ ਦੇ ਬਾਵਜੂਦ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਭਵਨ ਅੰਦਰ ਸੰਗਤਾਂ ਦੀ ਜਿਹੜੀ ਆਵਾਜਾਈ ਹੌਲੀ-ਹੌਲੀ ਜਾਰੀ ਸੀ ਤੇ ਇੱਥੋਂ ਤੱਕ ਕਿ ਸੰਗਤਾਂ ਕਿਧਰੇ ਵਿਰਲੇ ਟਾਵੇਂ ਰੂਪ 'ਚ ਸਰੋਵਰ ਦੇ ਕੰਢੇ ਤੇ ਭਵਨ ਦੇ ਅੰਦਰ ਤੇ ਬਾਹਰ ਬੈਠ ਕੇ ਵਿਰਾਗਮਈ ਕੀਰਤਨ ਦਾ ਆਨੰਦ ਵੀ ਮਾਣ ਰਹੀਆਂ ਸਨ। ਅਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੋ ਰਿਹਾ ਸੀ। ਜਿਹੜੇ ਸਿੰਘ ਅੰਦਰ ਰਹਿ ਗਏ ਸਨ ਉਹ ਅੰਦਰ ਹੀ ਸਨ, ਰਾਗੀ ਸਿੰਘ ਸਨ ਚਾਹੇ ਪਾਠੀ ਸਿੰਘ ਸਨ, ਉਹ ਉਸੇ ਤਰ੍ਹਾਂ ਪਾਠ ਕਰ ਰਹੇ ਸਨ ਤੇ ਉਸੇ ਤਰ੍ਹਾਂ ਕੀਰਤਨ ਕਰ ਰਹੇ ਸਨ। ਹੌਲੀ-ਹੌਲੀ ਆਵਾਜ਼ ਦੇ ਵਿੱਚ ਕੀਰਤਨ ਚੱਲ ਰਿਹਾ ਸੀ ਤੇ ਉਹਨਾਂ ਦੀ ਬਿਨਾਂ ਲਾਊਡ ਸਪੀਕਰਾਂ ਤੋਂ ਜਿਹੜੀ ਆਵਾਜ਼ ਸੀ ਉਹ ਪਰਿਕਰਮਾ ਤੱਕ ਹਾਲੇ ਵੀ ਕਿਤੇ ਪਹੁੰਚ ਰਹੀ ਸੀ। ਵਿਰਾਗਮਈ ਕੀਰਤਨ, ਵਿਰਾਗਮਈ ਸ਼ਬਦ ਉੱਥੋਂ ਪੜ੍ਹੇ ਜਾ ਰਹੇ ਸਨ ਤੇ ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਵੱਖ-ਵੱਖ ਇਮਾਰਤਾਂ ਤੇ ਜੁਝਾਰੂ ਸਿੰਘਾਂ ਤੇ ਨੌਜਵਾਨਾਂ ਦੇ ਮੋਰਚਿਆਂ, ਗੁਰੂ ਰਾਮਦਾਸ ਸਰਾਂ, ਅਕਾਲ ਰੈਸਟ ਹਾਊਸ ਤੇ ਗੁਰੂ ਨਾਨਕ ਨਿਵਾਸ, ਸਾਰੇ ਸਥਾਨਾਂ ਤੇ ਵੀ ਆਪਣੇ ਮਾਹੌਲ ਦੇ ਮੁਤਾਬਕ ਸਿੰਘ ਤੇ ਸੰਗਤਾਂ ਦੀਆਂ ਜਿਹੜੀਆਂ ਸਰਗਰਮੀਆਂ ਉਸੇ ਤਰ੍ਹਾਂ ਭਾਵੇਂ ਘੱਟ ਸਨ, ਜਾਰੀ ਸਨ। ਜਿਸ ਕਰਕੇ ਇਹਨਾਂ ਥਾਵਾਂ ਤੇ ਜਿਹੜਾ ਵਾਤਾਵਰਣ ਸੀ ਉਹਦੇ 'ਚ ਸੁਣਾਈ ਦੇ ਰਹੇ ਬੋਲਾਂ 'ਚ ਵੀ ਜੋਸ਼, ਜਜ਼ਬੇ, ਠਰਮੇ ਤੇ ਚੜ੍ਹਦੀ ਕਲਾ ਦਾ ਅਸਰ ਮਿਲਵੇਂ ਜੁਲਵੇਂ ਰੂਪ 'ਚ ਥੋੜ੍ਹਾ ਬਹੁਤਾ ਆਪਣਾ ਰੰਗ ਦਿਖਾ ਰਿਹਾ ਸੀ। ਬਹੁਤ ਵੱਡੀ ਗੱਲ ਹੁੰਦੀ ਹੈ ਇਹ ਆਪਣੇ ਆਪ ਦੇ ਵਿੱਚ। ਇਹ ਕੌਮ ਹੈ, ਸਿੱਖ ਕੌਮ ਹੈ ਇਹ, ਤੇ ਜਦੋਂ ਅਜਿਹਾ ਮਾਰੂ ਹਮਲਾ ਇੱਕ ਪਾਸੇ ਚੱਲ ਰਿਹਾ ਹੋਵੇ ਤੇ ਦੂਜੇ ਪਾਸੇ ਕੌਮ ਦੇ ਜਿਹੜੇ ਮਰਜੀਵੜੇ ਸਿੰਘ ਨੇ ਤੇ ਸੰਗਤਾਂ ਨੇ ਜਿਨ੍ਹਾਂ ਨੇ ਸਿੱਖ ਘਰ ਦੇ ਵਿੱਚ ਜਨਮ ਵੀ ਲਿਆ, ਜਿਹੜੇ ਉੱਥੇ ਕੁਰਬਾਨੀ ਕਰਨ ਲਈ ਨਹੀਂ, ਸਿਰਫ ਸੀਸ ਝੁਕਾਉਣ ਲਈ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਉਣ ਲਈ, ਮੱਥਾ ਟੇਕਣ ਦੇ ਲਈ ਗਏ ਹੋਏ ਨੇ, ਉਹ ਵੀ ਪੂਰੇ ਉਤਸ਼ਾਹ 'ਚ ਨੇ, ਡੋਲੇ ਨਹੀਂ। ਤੇ ਇਸ ਹਾਲਤ 'ਚ ਵੀ ਆਮ ਸੰਗਤਾਂ ਦੀ ਜਿਹੜੀ ਮਾਨਸਿਕ ਅਵਸਥਾ ਤੋਂ ਇਹ ਪਤਾ ਲੱਗਦਾ ਸੀ ਕਿ ਉਹਨਾਂ ਦੇ ਮਨ ਉੱਪਰ ਕੰਪਲੈਕਸ ਤੋਂ ਬਾਹਰ ਤੋਪਾਂ, ਮਸ਼ੀਨ ਗੰਨਾਂ ਤੇ ਆਟੋਮੈਟਿਕ ਹਥਿਆਰਾਂ ਜਿਹੜੇ ਰਾਹੀਂ ਉੱਥੇ ਗੋਲੀਬਾਰੀ ਚੱਲ ਰਹੀ ਹੈ ਤੇ ਦਰਬਾਰ ਸਾਹਿਬ ਕੰਪਲੈਕਸ ਉੱਪਰ ਹਮਲਾ ਬੋਲਣ ਲਈ ਤਿਆਰ ਰੂਪ 'ਚ ਬੈਠੀ ਹੋਈ ਫੌਜ ਦਾ ਕੋਈ ਖਾਸ ਅਸਰ ਨਹੀਂ ਹੋਇਆ। ਪਰ ਸੰਗਤਾਂ ਦੇ ਮੁਕਾਬਲੇ ਜਿੱਥੋਂ ਤੱਕ ਸਮੁੰਦਰੀ ਹਾਲ 'ਚ ਬੈਠੇ ਹੋਏ ਅਕਾਲੀ ਲੀਡਰਾਂ, ਉਹਨਾਂ ਦੇ ਬਾਡੀਗਾਰਡਾਂ, ਯੂਥ ਅਕਾਲੀ ਦਲ ਦੇ ਵਰਕਰਾਂ ਤੇ ਛੋਟੇ ਵੱਡੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਜਿਹੜੀ ਸੋਚ ਹੈ, ਨੀਤੀ ਹੈ ਤੇ ਉਹਨਾਂ ਦੀ ਮਾਨਸਿਕ ਅਵਸਥਾ ਦਾ ਸਵਾਲ ਸੀ, ਉਹ ਬੜੀ ਪਤਲੀ ਸੀ, ਡਾਵਾਡੋਲ ਸੀ ਉਹ, ਤੇ ਕਈ ਤਰ੍ਹਾਂ ਦੇ ਹਨੇਰਿਆਂ 'ਚ ਘਿਰੀ ਹੋਈ ਪ੍ਰਤੀਤ ਹੋ ਰਹੀ ਸੀ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੋ ਤੇਜਾ ਸਿੰਘ ਸਮੁੰਦਰੀ ਹਾਲ 'ਚ ਜਿਹੜੀ ਲੀਡਰਸ਼ਿਪ ਬੈਠੀ ਸੀ, ਕਥਿਤ ਸਿੱਖ ਲੀਡਰਸ਼ਿਪ ਬੈਠੀ ਸੀ, ਉਹਦੀ ਹਾਲਤ ਬਹੁਤ ਪਤਲੀ ਸੀ, ਜਿਸ ਕਰਕੇ ਸਮੁੰਦਰੀ ਹਾਲ ਦੇ ਜਿਹੜੇ ਵਰਾਂਡੇ ਸਨ ਉਹ ਵਰਾਂਡਿਆਂ ਦੇ ਹੇਠਲੀਆਂ ਉੱਪਰਲੀਆਂ ਮੰਜ਼ਲਾਂ ਦੇ ਕਮਰਿਆਂ 'ਚ, ਖੱਬੇ ਸੱਜੇ ਪੈਂਦੇ ਸਾਰੇ ਵਰਾਂਡਿਆਂ 'ਚ, ਕੰਪਲੈਕਸ ਅੰਦਰਲੀ ਸੜਕ ਦੇ ਨਾਲ ਲੱਗਦੇ ਜਿਹੜੇ ਲਾਨ ਸਨ ਜਾਂ ਜਿਹੜੇ ਪਾਰਕ ਸਨ ਤੇ ਇਹਦੀਆਂ ਸਭ ਤੋਂ ਉੱਪਰਲੀਆਂ ਛੱਤਾਂ ਵੱਲ ਦੇਖਿਆ ਇੰਜ ਲੱਗਦਾ ਸੀ ਜਿਵੇਂ ਯੁੱਗਾਂ ਤੋਂ
ਅੱਜ ਦੇ ਦਿਨ ਦੀ ਉਡੀਕ ਕਰੀ ਬੈਠੀ ਹੋਈ ਕਿਸੇ ਭੁੱਖੀ ਡੈਣ ਨੇ ਸਮੁੰਦਰੀ ਹਾਲ ਦੇ ਅੰਦਰ ਆਪਣੇ ਆਪ ਨੂੰ ਤਾੜੀ ਬੈਠੇ ਪੰਥ ਦੇ ਮਲਾਹਾਂ ਤੇ ਉਹਨਾਂ ਦੇ ਬੇੜੇ 'ਚ ਬੈਠੇ ਹੋਏ ਸਾਰੇ ਦੇ ਸਾਰੇ ਟੋਡੀਆਂ ਦੇ ਕਲੇਜਿਆਂ ਦੇ ਰੂਹਾਂ ਤੇ ਜ਼ਮੀਰਾਂ ਨੂੰ ਕੱਢ ਕੇ ਖਾ ਲਿਆ ਹੋਵੇ ਤੇ ਉਹ ਨਿਰਜਿੰਦ ਹੋਣ ਪੂਰੀ ਤਰ੍ਹਾਂ, ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਹੋਣ ਜਿਵੇਂ। ਉਹਨਾਂ ਦੇ ਚਿਹਰਿਆਂ ਦੇ ਉੱਤੇ ਮੌਤ ਆਪਣਾ ਤਾਂਡਵ ਨੱਚ ਰਹੀ ਸੀ। ਉਹ ਸਾਰੇ ਘਬਰਾਏ ਹੋਏ ਸਨ, ਸਮੁੰਦਰੀ ਹਾਲ ਸਾਰਾ ਹੀ ਘਬਰਾਇਆ ਹੋਇਆ ਸੀ। ਤੇ ਇਹਨਾਂ ਹਾਲਾਤ 'ਚ ਗੁਰੂ ਨਾਨਕ ਨਿਵਾਸ ਦੀ ਤੀਜੀ ਮੰਜ਼ਲ ਤੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਕੁਝ ਹਿੱਸਿਆਂ 'ਚ ਜਾਣ ਤੋਂ ਬਾਅਦ ਗੁਰੂ ਨਾਨਕ ਨਿਵਾਸ ਦੇ 32 ਨੰਬਰ ਕਮਰੇ ਦੇ ਜਿਹੜੇ ਵਰਾਂਡੇ 'ਚ ਖੜੇ ਹੋਏ ਕੋਈ 4-5 ਸਿੰਘਾਂ ਦੇ ਨਾਲ ਇਸ ਜੋ ਗੱਲਬਾਤ ਸਿੰਘ ਨੇ ਸਾਨੂੰ ਦੱਸੀ ਹੈ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਤੇ ਜਿਹੜੇ ਹਾਲਾਤ ਸਨ ਉਹਨਾਂ ਨੂੰ ਦੇਖਦਿਆਂ, ਜਾਂਚਦਿਆਂ ਤੇ ਕੰਪਲੈਕਸ ਦੇ ਅੰਦਰ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਉਹ ਸਿੰਘ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਕਿਹਾ ਸੀ ਕਿ ਕੰਮ ਦੇ ਜਿਹੜੇ ਆਗੂ ਨੀਤੀ ਤੇ ਨਿਸ਼ਾਨੇ ਪੱਖੋਂ ਸਹੀ ਰਸਤਾ ਅਖਤਿਆਰ ਨਹੀਂ ਕਰਦੇ ਤੇ ਦੂਰ ਭਵਿੱਖ ਵੱਲ ਦੇਖਦਿਆਂ ਹੋਇਆਂ ਠੀਕ ਫੈਸਲੇ ਨਹੀਂ ਲੈਂਦੇ, ਉਹ ਅਕਸਰ ਆਪਣੀ ਕੌਮ ਦੀ ਕਿਸਮਤ ਦੁੱਖਾਂ ਤੇ ਕਸ਼ਟਾਂ ਦੇ ਝੱਖੜ 'ਚ ਸੁੱਟ ਦਿੰਦੇ ਨੇ ਤੇ ਉਸ ਕੌਮ ਨੂੰ ਅੱਗ ਦੇ ਭਾਂਬੜਾਂ 'ਚ ਸੁੱਟ ਦਿੰਦੇ ਨੇ ਤੇ ਮੌਤ ਦੇ ਹਵਾਲੇ ਕਰ ਦਿੰਦੇ ਨੇ। ਤੇ ਅੱਜ ਆ ਖਾਲਸਾ ਪੰਥ ਨੂੰ ਜੋ ਕੁਝ ਦੇਖਣਾ ਤੇ ਝੱਲਣਾ ਪੈ ਰਿਹਾ, ਅਸਲ 'ਚ ਇਹ 1947 ਤੋਂ ਪਹਿਲੇ 2 ਦਹਾਕਿਆਂ 'ਚ ਪੰਥ ਦੀ ਜਿਹੜੀ ਲੀਡਰਸ਼ਿਪ ਸੀ, ਅਗਵਾਈ ਕਰਦੇ ਹੋਏ ਪੰਥ ਦੇ ਲੀਡਰ ਸਨ, ਉਹਨਾਂ ਦੀਆਂ ਕਮਜ਼ੋਰੀਆਂ, ਗਲਤੀਆਂ, ਗਦਾਰੀਆਂ ਤੇ ਅੰਨੀਆਂ ਸੋਚਾਂ ਤੇ ਨੀਤੀਆਂ ਦਾ ਜਿਹੜਾ ਨਤੀਜਾ ਹੈ ਇਹ ਸਾਰਾ ਕੁਝ। ਤੇ ਜੇ ਉਸ ਵੇਲੇ ਸਿੱਖ ਲੀਡਰਾਂ ਨੇ ਮੁਸਲਮਾਨ ਕੌਮ ਦੇ ਲੀਡਰ ਮੁਹੰਮਦ ਅਲੀ ਜਿਨਾਹ ਵਾਂਗ ਖਾਲਸਾ ਪੰਥ ਲਈ ਕੁਝ ਮੰਗਿਆ ਹੁੰਦਾ, ਆਜ਼ਾਦੀ ਮੰਗੀ ਹੁੰਦੀ ਜਾਂ ਆਜ਼ਾਦੀ ਲਈ ਸੰਘਰਸ਼ ਕੀਤਾ ਹੁੰਦਾ, ਤਾਂ ਆਹ ਦਿਨ ਨਾ ਦੇਖਣੇ ਪੈਂਦੇ। ਸੋ ਇਸ ਤਰ੍ਹਾਂ ਦਾ ਉੱਥੇ ਜਿਹੜਾ ਸੀ ਸਾਰਾ ਕੁਝ ਚੱਲ ਰਿਹਾ ਸੀ। ਤੇ ਬਿਲਕੁਲ ਐਸੇ ਵੇਲੇ 32 ਨੰਬਰ ਕਮਰੇ 'ਚ ਉਹ ਸਿੰਘ ਗਿਆ ਤੇ ਅਲਮਾਰੀ ਜਿਹੜੀ ਥੋੜੀ ਢੋਈ ਹੋਈ ਸੀ ਉਹਦੇ ਅੰਦਰ ਮੋਮਬੱਤੀ ਜਗਾ ਕੇ, ਕਿਉਂਕਿ ਕਮਰੇ ਦੇ ਅੰਦਰ ਮੋਮਬੱਤੀ ਜਗਾਉਣ ਨਾਲ ਕਮਰੇ ਦੇ ਦੱਖਣ ਤੇ ਪੱਛਮ ਵੱਲ ਪੈਂਦੀਆਂ ਬਾਰੀਆਂ 'ਚੋਂ ਦੂਰ ਤੱਕ ਜਿਹੜੀ ਰੋਸ਼ਨੀ ਬਾਹਰ ਜਾਣੀ ਸੀ ਤੇ ਫੌਜੀਆਂ ਨੂੰ ਉਸ ਨਕਲੋ ਹਰਕਤ ਦਾ ਪਤਾ ਲੱਗਣਾ ਸੀ। ਤੇ ਇੱਕ ਲੰਮੇ ਚੌੜੇ ਰੂਪ 'ਚ ਇੱਕ ਲਿਖੀ ਹੋਈ ਚਿੱਠੀ ਪੜ੍ਹੀ ਤਾਂ ਇਸ ਤਰ੍ਹਾਂ ਦਾ ਅੰਦਾਜ਼ਾ ਹੋਇਆ ਕਿ ਬਾਬਾ ਜਰਨੈਲ ਸਿੰਘ ਰੇਡੀਓ ਟਰਾਂਸਮਿਟਰ ਰਾਹੀਂ ਕੌਮ ਦੇ ਨਾਮ ਛੇਤੀ ਤੋਂ ਛੇਤੀ ਖੁੱਲੀ ਬਗਾਵਤ ਕਰਨ ਤੇ ਖਾਲਿਸਤਾਨ ਦੇ ਸਬੰਧ ਦੇ ਵਿੱਚ ਐਲਾਨ ਕਰਨ ਵਾਲੇ ਨੇ। ਉਹ ਚਿੱਠੀ ਤੋਂ ਇਸ ਤਰ੍ਹਾਂ ਦਾ ਪਤਾ ਲੱਗਦਾ ਸੀ। ਹਰਮਿੰਦਰ ਸਿੰਘ ਸੰਧੂ ਅਕਾਲ ਤਖਤ ਦੇ ਉੱਤੋਂ ਇਹ ਚਿੱਠੀ ਲੈ ਕੇ ਆਏ ਸਨ ਤੇ ਉਹ ਇਹਨਾਂ ਸਿੰਘਾਂ ਨੂੰ ਮਿਲੇ ਉੱਥੇ, ਪਰ ਉਹ ਘਬਰਾਏ ਹੋਏ ਸਨ। ਉਹਨਾਂ ਨੇ ਇਹ ਵੀ ਦੱਸਿਆ ਨਾਲ। ਕੇਵਲ ਸਿੰਘ ਭੂਰੇ ਨੇ ਹਰਮਿੰਦਰ ਸਿੰਘ ਸੰਧੂ ਜਨਰਲ ਸਕੱਤਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਫੈਡਰੇਸ਼ਨ ਦੇ ਲੈਟਰ ਪੈਡ ਉੱਪਰ ਲਿਖੀ ਹੋਈ ਸੀ ਇਹ ਚਿੱਠੀ ਤੇ ਹਰਮਿੰਦਰ ਸਿੰਘ ਨੇ ਬਾਬਾ ਜਰਨੈਲ ਸਿੰਘ ਦਾ ਇਹ ਸੁਨੇਹਾ ਲੈ ਕੇ ਤੇ ਇਹ ਅੱਗੇ ਪਹੁੰਚਾਉਣਾ ਸੀ ਤੇ ਇਹ ਲੌਂਗੋਵਾਲ ਨੂੰ ਦੇਣਾ ਸੀ। ਉਹ ਚਿੱਠੀ ਕਿਵੇਂ ਸੀ, ਚਿੱਠੀ 'ਚ ਕੀ ਲਿਖਿਆ ਹੋਇਆ ਸੀ ਤੇ ਇਹ ਸਾਰਾ ਕੁਝ ਉੱਥੇ ਸਾਨੂੰ ਇਹਦਾ ਹਵਾਲਾ ਪ੍ਰਾਪਤ ਨਹੀਂ ਹੋ ਸਕਿਆ, ਪਰ ਸਾਡੀ ਖੋਜ ਜਾਰੀ ਹੈ ਕਿ ਜਲਦੀ ਹੀ ਅਸੀਂ ਇਹਦਾ ਜਿਹੜਾ ਹੈ ਤੁਹਾਨੂੰ ਦੱਸਾਂਗੇ ਜਿਵੇਂ ਹੀ ਸਾਨੂੰ ਮਿਲ ਗਈ। ਤੇ ਇਹ ਗੱਲ ਪੱਕੀ ਹੈ ਕਿ ਖਾਲਿਸਤਾਨ ਦਾ ਐਲਾਨ ਕਰਨ ਬਾਰੇ ਉਹ ਚਿੱਠੀ ਸੀ ਜਿਹੜੀ ਕਿ ਲੌਂਗੋਵਾਲ ਤੱਕ ਪਹੁੰਚਦੀ ਕਰਨੀ ਸੀ। ਤੇ ਲੌਂਗੋਵਾਲ ਜੋ ਵੀ ਸੀ, ਪਰ ਭਾਵੇਂ ਡਿਕਟੇਟਰ ਸੀ ਮੋਰਚੇ ਦਾ ਜਾਂ ਇਸ ਵੇਲੇ ਲੜਾਈ ਤੋਂ ਪਿੱਠ ਕਰੀ ਬੈਠਾ ਸੀ ਤੇ ਅੰਦਰ ਖਾਤੇ ਸਰਕਾਰ ਦੇ ਨਾਲ ਮਿਲਿਆ ਹੋਇਆ ਸੀ, ਪਰ ਉਹ ਕਿਸ਼ਤੀ ਦਾ ਮਲਾਹ ਤਾਂ ਹੈ ਸੀ ਕੌਮ ਦੀ। ਤੇ ਇਸ ਕਰਕੇ ਬਾਬਾ ਜਰਨੈਲ ਸਿੰਘ ਨੇ ਇੱਕ ਆਖਰੀ ਜਿਹੜਾ ਹਰਬਾ ਸੀ ਉਹ ਵਰਤਣਾ ਚਾਹਿਆ ਸੀ ਕਿ ਹੋ ਸਕਦਾ ਹੈ ਕਿ ਕੌਮ ਨੂੰ ਇਸ ਵੇਲੇ ਜੰਗ ਦੇ ਮੁਹਾਜ਼ ਤੇ ਖੜਿਆਂ ਹਰਚੰਦ ਸਿੰਘ ਲੌਂਗੋਵਾਲ ਕੋਈ ਨਾ ਕੋਈ ਡੱਕਾ ਕੌਮ ਦੇ ਵੱਲ ਸੁੱਟ ਦੇਵੇ। ਤੇ ਇਹ ਜਿਹੜੀ ਗੱਲ ਸੀ ਇਹ ਬਿਲਕੁਲ ਸਹੀ ਗੱਲ ਹੈ। ਤੇ ਜਿਸ ਵੇਲੇ ਕੇਵਲ ਸਿੰਘ ਭੂਰੇ ਉਹਦੇ ਕੋਲੋਂ ਰੇਡੀਓ ਟਰਾਂਸਮਿਟਰ ਤੇ ਰੇਡੀਓ ਟਰਾਂਸ ਰਿਸੀਵਰ ਸੰਬੰਧੀ ਕੋਈ ਸਮਾਨ ਤੇ ਹਰਮਿੰਦਰ ਸਿੰਘ ਦੇ ਨਾਂ ਤੇ ਲਿਖੀ ਹੋਈ ਚਿੱਠੀ ਲੈ ਕੇ ਵਾਪਸ ਜਾਣ ਲੱਗਾ ਤਾਂ ਉਸੇ ਵੇਲੇ ਉਹਨੇ ਦੱਸਿਆ ਕਿ ਬਾਬਾ ਜਰਨੈਲ ਸਿੰਘ ਨੇ ਕੱਲ ਸ਼ਹੀਦੀ ਗੁਰਪੁਰਬ ਵਾਲੇ ਦਿਨ ਕੁਝ ਇੱਕ ਸਿੰਘਾਂ ਨੂੰ, ਜਿਨ੍ਹਾਂ 'ਚ ਭਾਈ ਮੋਹਕਮ ਸਿੰਘ ਵੀ ਸੀ, ਖਾਸ ਉਦੇਸ਼ ਤੇ ਪ੍ਰੋਗਰਾਮ ਦੇ ਮੁਤਾਬਕ ਕੰਪਲੈਕਸ ਤੋਂ ਬਾਹਰ ਭੇਜਿਆ ਸੀ। ਤਾਂ ਬਾਬਾ ਜਰਨੈਲ ਸਿੰਘ ਨੇ ਇਸ ਗੱਲ ਦਾ ਇਸ਼ਾਰਾ ਦਿੱਤਾ ਸੀ ਕਿ ਜੇ ਤੂੰ ਕੰਪਲੈਕਸ ਦੇ ਬਾਹਰ ਉਹ ਸਿੰਘ ਨੂੰ ਜਿਹੜਾ ਚਿੱਠੀ ਲੈ ਕੇ ਭੇਜਿਆ ਸੀ ਹਰਮਿੰਦਰ ਸਿੰਘ ਸੰਧੂ ਦੇ ਨਾਲ, ਉਹ ਸਿੰਘ ਨੂੰ ਕਹੇ ਜੇ ਤੂੰ ਕੰਪਲੈਕਸ ਦੇ ਬਾਹਰ ਨਿਕਲ ਸਕਦਾ ਹੋਵੇਂ ਤਾਂ ਤੈਨੂੰ ਜ਼ਰੂਰ ਬਾਹਰ ਨਿਕਲ ਜਾਣਾ ਚਾਹੀਦਾ, ਕਿਉਂਕਿ ਤੂੰ ਬਾਹਰ ਜਾ ਕੇ ਬਹੁਤ ਵੱਡੇ ਤੇ ਨਿੱਗਰ ਕੰਮ ਕਰ ਸਕਦਾ ਤੇ ਤੈਨੂੰ ਖਾਸ ਅੱਡੇ ਤੇ ਟਿਕਾਣਿਆਂ ਤੇ ਸਿੰਘਾਂ ਬਾਰੇ ਭੇਤ ਵੀ ਹੈ ਤੇ ਇੱਥੇ ਦੁਸ਼ਟਾਂ ਨਾਲ ਸਿੱਝਣ ਲਈ ਸਿੰਘ ਕਾਫੀ ਨੇ। ਪਰ ਜਾਣ ਤੋਂ ਪਹਿਲਾਂ ਮੇਰੇ ਕੋਲੋਂ ਪ੍ਰੋਗਰਾਮ ਤੇ ਸਿੰਘਾਂ ਦਾ ਸੁਨੇਹਾ ਜਿਹੜਾ ਹੈ ਉਹ ਲੈ ਕੇ ਜਾਈਂ ਤੇ ਇਹ ਗੱਲ ਚੇਤੇ ਰੱਖੀ ਜ਼ਰੂਰ। ਇਸ ਲਈ ਹੋ ਸਕਦਾ ਹੈ
कि मैं अज रात नूं किसे समय भी बाबा अटल वाले पासियों जिधर दे गली मुहल्लियां दा भेत मैनू है निकल के एक टिकाणे उपर जाण दी कोशिश करांगा, जिथों मैं शहर बाहर 1-2 दिनां दे विच तां ज़्यादा नहीं तां 150 मीलों तक की छाल जरूर मारांगा। पर मेरी ये इच्छा है कि कंपलैक्स के बाहर निकलण तो पहला मैं अज बाबा जरनैल सिंह वालों सिंघां सामने रखे जाण वाले विचारां ते लए जाण वाले फैसलियां बारे अपने कन्नी गल्लां बातां सुना, ते फिर पता नहीं कि वाहिगुरू ने बाबा जरनैल सिंह दीयां गल्लां बातां सुनने का मौका देना कि नहीं। ते अज बाबा जरनैल सिंह ने हर मोर्चे च 1-1 2-2 सिंघां नूं अपने कोलों बुलाया, ते जथे दे मुखी सिंघां नूं भी बुलाया, ते फौज दे मुखी सिंघां नूं भी बुलाया, ते ऐसी तुसीं तैयार रहना। ते मैं ਉਹ ਸਿੰਘ ने कहा कि मैं आ तुहाडी चिट्ठी ते समान भी जिहड़ी गंढ है ਉਹ हर थां दे उत्ते भेजण तो बाद मौका पा के तुहाडे कोल आवांगा ते तुहानूं अपने नाल लैके जावांगा, ते फिर गुरु नानक निवास तक छड्ड भी आवांगा। उस तो बाद फिर जिस तरह दस्सिया गया बाबा जरनैल सिंह दा हुक्म लैके लम्मी उडारी मार जानी है, ते हथियार 1-2 तकड़े ਉਹ ਸਿੰਘ ने अपने नाल लै ले, ते फिर ਉਹ फतेह बुला के उत्थों बाकी दे ਸਿੰਘਾਂ ਨੂੰ ਉੱਥੋਂ निकल गया। मरते मुजाहिद संत जरनैल सिंह जी खालसा पिंडरावाले। श्री अकाल तख्त साहिब दे वड्डे हाल कमरे च थोड़ी थोड़ी लो सी, रोशनी सी। कोई 100-125 दे करीब जथे दे सिंह ते फैडरेशन दे जवान जुड़े बैठे सन। चढ़दी कला दे विच बाबा जरनैल सिंह दे चेहरे दा जलाल पूरी चढ़दी कला दे विच सी, उन्हां दा चेहरा पूरा भखिया होया सी। ते बाबा जरनैल सिंह ने पहली तरीक तो बाद एक घड़ी पाले भी किधरे टिकवें रूप च भी ठीक तरह नींद नहीं सी लई। ते अज 5 जून सी, 5 जून दी शाम सी। आराम भी नहीं सी कीता लगातार 5 दिन, पर इहदे बावजूद वो हर पक्ष तो ताज़ा दम लग रहे सन। इस तरह नहीं सी लगदा कि वो 5 दिनां तो नहीं सोए, 5 दिनां तो उन्होंने आराम नहीं किया। ये असल च किसी लीडर की पछाण कौम के उपर जो संकट आउंदा ना, भयानक मुसीबत आउंदी है, उहदे आउण ते जां किसी बहुत वड्डे इम्तिहान की घड़ी के उपर हुंदी है परख। ते बाबा जरनैल सिंह ने एक बार कहा सी, असीं पहलां भी गल कीती है, वो कहंदे सन कि इस गल का फैसला ते निर्णय हमेशा समा करदा है कि कोई बंदा अपनी कौम बारे किन्ना को ईमानदार है ते किन्ना को गंभीर है। वो कहंदे कि दास उपर उस अकाल पुरख वाहिगुरू की मेहर चाहिदी है। जे किसी वेले पंथ दे उपर, पंथ दे वैरी, पंथ दे दुश्मन मेरे कोलों किसी तरह की कोई ईन मनवाउण लई अग अंगियारां च जमूर दे ता के मेरी बोटी बोटी नोच देण दी ते जां मेरे जिउंदे जी मेरी खल उतारन दी विधि भी तैयार कर लणगे ना, तां दास गुरु पंथ ते गुरु घर दा कुकर होण दे नाते उन्हां दे इस जबर अगे राई मात्र रूप च भी लिफेगा नहीं, झुकेगा नहीं, सगों आखिरी साहां तक पंथक हक्कां हितां दे लई ते पंथ दी राखी लई पूरी दृढ़ता दे नाल डटिया रहूगा, पर किसी हालत ते किसी कीमत उपर भी पंथ दे नाल खिलवाड़ नहीं होण देवेगा। ते असल च जदों अज समुची सिख कौम बहुत भयानक संकट च घिरी हुई सी ते पंथक लीडरां दे इम्तिहान दी घड़ी सी, तां इस हालत च खालसा पंथ दे सामने सिर्फ 3 अजिहियां नामवर हस्तियां सन जिन्हां दी जात उपर इसने बहुत वड्डियां आसां उम्मीदां लगाईयां होईयां सन। इस करके पंथक जज्बा रखण वाला हर सिख इस तरह का एहसास करदा सी कि वह इस भयानक संकट दे वेले पंथ नूं हमेशा जरूर कोई महान ते स्पष्ट सेध देणगियां। वो हस्तियां, ये 3 हस्तियां, तीनों हस्तियां 5 जून नूं दरबार साहिब कंपलैक्स च मौजूद सन ते हर कोई इन्हां बारे जाणदा। हरचंद सिंह लौंगोवाल, गुरचरण सिंह टौड़ा ते खालसा पंथ की जिहड़ी अहम महान शख्सियत 20वीं सदी का जरनैल बाबा जरनैल सिंह भिंडरांवाला, वो श्री अकाल तख्त साहिब विखे अपनी ड्यूटी निभा रहा सी। कौम का जिहड़ा वचन है, कौम की राखी दे लई ते अपने काज दे लई वो अपने मोर्चे ते बैठा सी। पर कंपलैक्स दे अंदर सामने नजरी पै रहियां ते वापर रहियां हालतां, घटनावां ते सरगर्मियां इस गल का ज़ाहरा तौर के उत्ते प्रतख तौर ते सन कि जे कोई हस्ती इस इम्तिहान ते संकट की घड़ी च कहनी ते करनी दे पक्षों पंथ दीयां आसां उम्मीदां की कसौटी ते पूरा उतरेगी तां वो सिर्फ बाबा जरनैल सिंह भिंडरांवाले की हस्ती हो सकती है ते ओही ने। क्योंकि कंपलैक्स अंदरलियां संगतां तो यह गल लुकी छुपी नहीं सी हुई कि जिस वेले समुद्री हाल सहमी हुई ते सिमटी हुई मौत दे जबाड़े दे थले दबू दबू कर रहा सी, कुंगड़िया ते दबकिया बैठा सी,
ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਪੂਰਨ ਤੌਰ ਤੇ ਚੇਤੰਨ, ਚੌਕਸ, ਤਾਕਤਵਰ ਤੇ ਚੜ੍ਹਦੀ ਕਲਾ 'ਚ ਵਿਚਰ ਰਿਹਾ ਸੀ ਤੇ ਉਸ ਦੀ ਇੱਕ ਜ਼ਰਾ ਅਕਾਲ ਤਖਤ ਦਾ ਤੇ ਉਸ 'ਚ ਮੌਜੂਦ ਸਿੰਘ ਪੂਰੀ ਚੜ੍ਹਦੀ ਕਲਾ 'ਚ ਸਨ। ਤੇ ਜਿਸ ਵੇਲੇ ਹਰਚੰਦ ਸਿੰਘ ਲੌਂਗੋਵਾਲ ਤੇ ਗੁਰਚਰਨ ਸਿੰਘ ਟੌੜਾ ਦੀਆਂ ਜ਼ਬਾਨਾਂ ਨੂੰ ਜਿੰਦਰੇ ਵੱਜ ਗਏ ਸਨ, ਉਸੇ ਵੇਲੇ ਬਾਬਾ ਜਰਨੈਲ ਸਿੰਘ ਆਪਣੇ ਬੋਲ ਸਨ, ਜਿਹੜੇ ਆਪਣੇ ਵਿਚਾਰ ਸਨ, ਉਹ ਆਪਣੇ ਸਿੰਘਾਂ ਦੇ ਨਾਲ ਸਾਂਝੇ ਕਰ ਰਹੇ ਸਨ। ਉਸ ਵੇਲੇ ਉਹ ਕਹਿੰਦੇ ਸਨ, ਸਮਾਂ ਹਰ ਕੌਮ ਦੇ ਨਾਲੋਂ, ਸਮਾਂ ਕਹਿੰਦੇ ਹਰ ਕੌਮ ਨੂੰ ਨਾਲ ਹੀ ਭਵਿੱਖ 'ਚ ਜਿਹੜੀਆਂ ਘਟਨਾਵਾਂ ਵਾਪਰਨ ਵਾਲੀਆਂ ਹੁੰਦੀਆਂ ਨੇ ਜਾਂ ਖਤਰੇ ਹੁੰਦੇ ਨੇ, ਉਹਨਾਂ ਬਾਰੇ ਲਗਾਤਾਰ ਹੋਕਾ ਦਿੰਦਾ ਰਹਿੰਦਾ ਹੈ। ਤੇ ਜਿਹੜੀਆਂ ਕੌਮਾਂ ਸਮੇਂ ਦੀ ਨਬਜ਼ ਰਮਜ਼ ਨੂੰ ਪਛਾਣ ਕੇ ਤੇ ਉਹਦੇ ਹੋਕੇ ਨੂੰ ਸੁਣ ਕੇ ਹਰ ਪੱਖੋਂ ਹੁਸ਼ਿਆਰ ਤੇ ਖਬਰਦਾਰ ਹੋਈਆਂ ਰਹਿੰਦੀਆਂ ਨੇ ਤੇ ਆਪਣੇ ਆਪ ਨੂੰ ਆਉਣ ਵਾਲੇ ਖਤਰਿਆਂ ਦਾ ਸਾਹਮਣਾ ਤੇ ਟਾਕਰਾ ਕਰਨ ਲਈ ਤਿਆਰ ਰੱਖਦੀਆਂ ਨੇ, ਉਹ ਸਮੇਂ ਦੀ ਚਾਲ ਦੇ ਨਾਲ ਆਪਣੇ ਸਾਹਮਣੇ ਪੇਸ਼ ਆਉਣ ਵਾਲੀਆਂ ਰੁਕਾਵਟਾਂ ਤੇ ਰਾਹ ਵਿੱਚ ਖਲੋਣ ਵਾਲੀਆਂ ਦੁਸ਼ਮਣ ਤਾਕਤਾਂ ਨੂੰ ਵੰਗਾਰਦੀਆਂ ਹੋਈਆਂ ਤੇ ਵਿਰੋਧੀ ਜਿਹੜੀਆਂ ਤਾਕਤਾਂ ਦੇ ਨੀਤੀ ਜਾਲ ਨੂੰ ਤੋੜਦੀਆਂ ਹੋਈਆਂ ਤਾਕਤਵਰ ਰੂਪ ਦੇ ਵਿੱਚ ਅੱਗੇ ਵਧਦੀਆਂ ਤੁਰੀਆਂ ਜਾਂਦੀਆਂ ਨੇ। ਤੇ ਇਹਦਾ ਨਤੀਜਾ ਇਹ ਹੁੰਦਾ ਕਿ ਆਪਣੀ ਆਜ਼ਾਦ ਤੇ ਖੁਦਮੁਖਤਿਆਰ ਹਸਤੀ ਤੇ ਆਪਣੀ ਪਹਿਚਾਣ ਨੂੰ ਵੀ ਉਹ ਕੌਮਾਂ ਆਂਚ ਨਹੀਂ ਆਉਣ ਦਿੰਦੀਆਂ। ਉਹ ਕਹਿ ਰਹੇ ਸਨ ਕਿ ਮੇਰੀ ਇੱਕ ਗੱਲ ਯਾਦ ਰੱਖਿਓ ਕਿ ਜਿੰਨਾ ਚਿਰ ਤੱਕ ਤੁਸੀਂ ਸਮੇਂ ਤੇ ਇਤਿਹਾਸ ਤੋਂ ਸਬਕ ਲੈਂਦੇ ਹੋ ਤੇ ਉਹਨਾਂ ਫੈਸਲਿਆਂ 'ਚ ਤੁਰਦੇ ਰਹੋਗੇ, ਉਸ ਵੇਲੇ ਤੱਕ ਦੁਨੀਆ ਤੁਹਾਨੂੰ ਅੱਗੇ ਵਧਣ ਲਈ ਆਪਣੇ ਆਪ ਰਾਹ ਦਿੰਦੀ ਤੁਰੀ ਜਾਏਗੀ, ਕਿਉਂਕਿ ਸਮੇਂ ਦੇ ਇਤਿਹਾਸ ਤੋਂ ਸਬਕ ਲੈਣ ਵਾਲੀਆਂ ਕੌਮਾਂ ਕਦੇ ਭੁੱਲ ਕੇ ਵੀ ਕਹਿਣੀ ਤੇ ਕਰਨੀ ਪੱਖੋਂ ਕੱਚੇ ਪਿੱਲੇ ਬੰਦਿਆਂ ਨੂੰ ਆਪਣਾ ਲੀਡਰ ਨਹੀਂ ਮੰਨਦੀਆਂ ਤੇ ਇੱਥੋਂ ਤੱਕ ਕਿ ਉਹਨਾਂ ਦਾ ਪਰਛਾਵਾਂ ਤੱਕ ਵੀ ਆਪਣੇ ਉੱਪਰ ਨਹੀਂ ਪੈਣ ਦਿੰਦੀਆਂ ਉਹ ਕੌਮਾਂ, ਕਿਉਂਕਿ ਉਹਨਾਂ ਨੂੰ ਤਜਰਬੇ ਤੇ ਅਨੁਭਵ ਦੇ ਪੱਖੋਂ ਇਸ ਗੱਲ ਦਾ ਪੂਰਨ ਗਿਆਨ ਹੁੰਦਾ ਕਿ ਕੱਚੇ ਪਿੱਲੇ ਜਿਹੜੇ ਲੀਡਰ ਹੁੰਦੇ ਨੇ, ਵਿਕਾਊ ਲੀਡਰ ਹੁੰਦੇ ਨੇ, ਧੋਖੇਬਾਜ਼ ਲੀਡਰ ਹੁੰਦੇ ਨੇ, ਹਮੇਸ਼ਾ ਝੂਠੇ ਲਾਲਚਾਂ 'ਚ ਫਸੇ ਹੁੰਦੇ ਨੇ, ਉਹਨਾਂ ਨੂੰ ਮਰਨਾ ਭੁੱਲਿਆ ਹੁੰਦਾ ਤੇ ਇਸ ਤਰ੍ਹਾਂ ਲੋਕਾਂ ਦੀ ਅਵਸਥਾ ਬਿਲਕੁਲ ਜਿਹੜੀ ਹੁੰਦੀ ਹੈ ਤੇਜਾ ਸਿੰਘ, ਫਤਿਹ ਸਿੰਘ ਤੇ ਲਾਲ ਸਿੰਘ ਵਰਗੀ ਹੁੰਦੀ ਹੈ ਤੇ ਇਹਨਾਂ ਤੇ ਕਦੇ ਵਿਸ਼ਵਾਸ ਨਹੀਂ ਕਰਦੀਆਂ ਉਹ ਕੌਮਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੌਮ ਹੈ ਜਿਹੜੀ ਇਹ ਲਕੀਰ ਖਿੱਚ ਦੇਊਗੀ ਕੌਮ ਦੇ ਤੇ ਉਹਨਾਂ ਗਦਾਰ ਲੀਡਰਾਂ ਦੇ ਦਰਮਿਆਨ। ਤੇ ਖਾਲਸਾ ਪੰਥ ਨੇ ਕਹਿੰਦੇ ਆਪਣੀ ਜਿਹੜੀ ਸਿਰਜਣਾ ਤੋਂ ਬਾਅਦ ਜੋ ਥੋੜੀ ਗਿਣਤੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਗੁਰੂ ਘਰ ਦੇ ਉਦੇਸ਼ ਦੀ ਪੂਰਤੀ ਲਈ ਮਹਾਨ ਜਿੱਤਾਂ ਪ੍ਰਾਪਤ ਕੀਤੀਆਂ, ਬਹੁਤ ਵੱਡੇ ਕਾਰਨਾਮੇ ਕੀਤੇ ਤੇ ਸੰਘਰਸ਼ ਤੇ ਕੁਰਬਾਨੀ ਦੇ ਖੇਤਰ 'ਚ ਵੱਡੇ ਚਮਤਕਾਰ ਦਿਖਾਏ। ਉਹਦਾ ਅਸਲ ਕਾਰਨ ਇਹੋ ਸੀ ਕਿ ਖਾਲਸਾ ਪੰਥ ਦਾ ਕੋਈ ਇੱਕ ਜਥਾ ਵੀ ਕਿਸੇ ਕਮਜ਼ੋਰ, ਬੁਜ਼ਦਿਲ, ਸਵਾਰਥੀ, ਭੰਗੀ, ਪੋਸਤੀ, ਅਫੀਮੀ, ਸ਼ਰਾਬੀ ਤੇ ਜਿਹੜਾ ਕੁਕਰਮ ਕਰਨ ਵਾਲਾ ਤੇ ਜੰਗ ਯੁੱਧ 'ਚੋਂ ਭੱਜਣ ਵਾਲਾ ਉਹਦੇ ਹੱਥ ਵਿੱਚ ਨਹੀਂ ਸੀ ਹੈਗਾ ਜਥੇ ਦੀ ਬਾਗਡੋਰ। ਇਸ ਕਰਕੇ ਕੌਮ ਨੇ ਇਤਿਹਾਸ ਸਿਰਜੇ ਤੇ ਹੁਣ ਵੀ ਕੌਮ ਅਜਿਹਾ ਹੀ ਕਰੇਗੀ ਭਵਿੱਖ ਦੇ ਵਿੱਚ। ਤੇ ਤਜਰਬੇ ਤੇ ਸਮੇਂ ਦੇ ਪ੍ਰਭਾਵ ਦੇ ਥੱਲੇ ਪੈਦਾ ਹੋਇਆ ਜਿਹੜਾ ਅਨੁਭਵ ਹੁੰਦਾ, ਉਹ ਜਰਨੈਲ ਸਿੰਘ ਕਹਿੰਦੇ ਕਿ ਉਸ ਅਨੁਭਵ ਨੇ ਮੇਰੇ ਇਸ ਵਿਸ਼ਵਾਸ ਨੂੰ ਹੋਰ ਪੱਕਿਆਂ ਤੇ ਦ੍ਰਿੜ ਕੀਤਾ ਕਿ ਖਾਲਸਾ ਪੰਥ ਲਈ ਆਪਣੇ ਵਾਸਤੇ ਇੱਕ ਆਜ਼ਾਦ ਤੇ ਖੁਦਮੁਖਤਿਆਰ ਦੇਸ਼ ਕਾਇਮ ਕਰਨਾ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਇਸ ਤੋਂ ਬਿਨਾਂ ਅਸੀਂ ਨਾ ਹੀ ਦੁਨੀਆ ਦੇ ਆਜ਼ਾਦ ਦੇਸ਼ਾਂ ਦੀ ਦੌੜ 'ਚ ਮਿਲ ਸਕਦੇ ਹਾਂ ਤੇ ਨਾ ਉਹਨਾਂ ਦੀਆਂ ਨਜ਼ਰਾਂ 'ਚ ਇੱਕ ਤਾਕਤਵਰ ਕੌਮ ਵਜੋਂ ਅਸੀਂ ਮਾਨਤਾ ਹੀ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਤਾਂ ਹੁਣ ਸੰਸਾਰ ਪੱਧਰ ਉੱਪਰ ਆਜ਼ਾਦ ਕੌਮਾਂ ਦੀ ਜਿਹੜੀ ਦੌੜ ਦੇ ਖੇਤਰ ਦੇ ਵਿੱਚ ਹਿੱਸਾ ਲੈਣ ਵਾਸਤੇ ਆਪਣਾ ਮੈਦਾਨ ਆਪ ਤਿਆਰ ਕਰਨਾ ਪਏਗਾ ਤੇ ਇਹ ਮੈਦਾਨ ਖਾਲਸਾ ਰਾਜ ਦੀ ਪ੍ਰਾਪਤੀ ਭਾਵ ਸਥਾਪਨਾ ਤੋਂ ਬਿਨਾਂ ਤਿਆਰ ਨਹੀਂ ਹੋ ਸਕਦਾ। ਇਸ ਲਈ ਸਾਡਾ ਸਾਰਿਆਂ ਦਾ ਜਿਹੜਾ ਇਸ ਵੇਲੇ ਮੁੱਖ ਨਿਸ਼ਾਨਾ ਉਹ ਖਾਲਿਸਤਾਨ ਦੀ ਪ੍ਰਾਪਤੀ ਹੋਣਾ ਚਾਹੀਦਾ ਤੇ ਇਸ ਤੋਂ ਉਰੇ ਅਸੀਂ ਕੋਈ ਵੀ ਗੱਲ ਜਿਹੜੀ ਹੈ ਉਹ ਕੋਈ ਵੀ ਐਕਸ਼ਨ ਹੈ, ਕੋਈ ਵੀ ਕਾਰਵਾਈ ਹੈ, ਸਰਗਰਮੀ ਹੈ, ਅਸੀਂ ਨਹੀਂ ਕਰਨੀ। ਤੇ ਜਿਹੜੇ ਸਿੰਘ ਉੱਥੇ ਬੈਠੇ ਸਨ ਉਹਨਾਂ ਦੇ ਨਾਲ ਵਿਚਾਰਾਂ ਸੁਣ ਰਹੇ ਸਨ, ਉਹਨਾਂ ਦੀਆਂ ਵਿਚਾਰ ਸਾਂਝੇ ਕਰ ਰਹੇ ਸਨ ਉਹਨਾਂ ਦੇ ਨਾਲ, ਉਹਨਾਂ ਨੇ ਬੋਲੇ ਸੋਨੇ ਹਲ ਦਾ ਜਕਾਰਾ ਗਜਾਇਆ ਤੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਇਆ। ਤੇ ਇਹ ਨਾਰਾ ਵੀ ਕੰਪਲੈਕਸ ਦੀ ਚੁੱਪ ਨੂੰ ਤੋੜਦਿਆਂ ਘੰਟਾ ਘਰ ਵਾਲੇ ਚੌਕ ਪਾਸੇ ਜਿਹੜਾ ਕੰਟਰੋਲ ਰੂਮ ਆਰਜੀ ਤੌਰ ਦੇ ਉੱਤੇ ਬਣਾਇਆ ਹੋਇਆ ਸੀ ਉੱਥੇ ਤੱਕ ਜ਼ਰੂਰ ਪਹੁੰਚਿਆ ਤੇ ਵਿਚਾਰਾਂ ਚੱਲ ਰਹੀਆਂ ਨੇ। ਕੌਮ ਦੇ ਉਸ ਮਹਾਨ ਆਗੂ ਬਾਬਾ ਜਰਨੈਲ ਸਿੰਘ 5 ਜੂਨ ਦੀ ਰਾਤ ਨੂੰ ਵੀ ਉਸੇ ਚੜ੍ਹਦੀ ਕਲਾ ਦੇ ਵਿੱਚ ਵਿਚਾਰਾਂ ਕਰ ਰਹੇ ਨੇ ਜਿਹੜੀਆਂ ਵਿਚਾਰਾਂ ਉਹਨਾਂ ਨੇ 1 ਜੂਨ ਨੂੰ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦੇ ਉੱਤੇ ਸ਼ੁਰੂ ਕੀਤੀਆਂ ਸਨ। ਲੰਬਾ ਸਮਾਂ ਕੌਮ ਦੇ ਲਈ ਲਗਾਤਾਰ 5 ਦਿਨਾਂ ਤੋਂ ਉਹ ਆਪਣੇ ਸਿੰਘਾਂ ਦੇ ਨਾਲ ਤੇ ਆਪਣੇ ਨੇੜੇ ਦੇ ਜੋ ਉਹਨਾਂ ਦੇ ਨਾਲ 24 ਘੰਟੇ ਰਹਿਣ ਵਾਲੇ ਸਨ ਉਹਨਾਂ ਦੇ ਨਾਲ, ਜੋ ਸਿੰਘ ਮੋਰਚਿਆਂ ਦੇ ਵਿੱਚ ਡਟੇ ਬੈਠੇ ਸਨ ਉਹਨਾਂ ਦੇ ਨਾਲ, ਜਨਰਲ ਸ਼ੁਬੇਗ ਸਿੰਘ ਹੋਰਾਂ ਨਾਲ, ਭਾਈ ਅਮਰੀਕ ਸਿੰਘ ਹੋਰਾਂ ਨਾਲ, ਬਾਬਾ ਠਾਰਾ ਸਿੰਘ ਹੋਰਾਂ ਨਾਲ ਤੇ ਅਲੱਗ-ਅਲੱਗ ਮੋਰਚਿਆਂ 'ਚੋਂ ਸਿੰਘਾਂ ਨੂੰ ਬੁਲਾ ਕੇ ਇਕੱਲੇ ਨੂੰ ਥਾਪੜਾ ਦਿੱਤਾ। ਉਹਨਾਂ ਨੇ ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ, ਜਿਹੜੀਆਂ ਵੀ ਸੰਗਤਾਂ ਉਹਨਾਂ ਦੇ ਕੋਲ ਆਈਆਂ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ।
ਅਵਨਾਸ਼ੀ ਸਿੰਘ ਜਿਹੜਾ ਟੌੜੇ ਦਾ ਸਕੱਤਰ ਸੀ ਨਿੱਜੀ, ਉਹਦੇ ਫੋਨ ਦਾ ਜਵਾਬ ਦਿੱਤਾ ਤੇ ਹਰਮਿੰਦਰ ਸਿੰਘ ਸੰਧੂ ਨੂੰ ਚਿੱਠੀ ਲੈ ਕੇ ਭੇਜਿਆ ਲੌਂਗੋਵਾਲ ਦੇ ਨਾਂ। ਤੇ ਇਹ ਸਾਰੀਆਂ ਜਿਹੜੀਆਂ ਸਰਗਰਮੀਆਂ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਨਾਲ ਚੱਲਦੀਆਂ ਰਹੀਆਂ ਤੇ ਉਹਨਾਂ ਨੇ ਆਖਰੀ ਦਮ ਤੱਕ ਜਿਹੜਾ ਹੈ ਉਹ ਆਪਣੇ ਦਿਮਾਗ ਦੀ ਸੂਝ-ਬੂਝ ਦਾ ਸਬੂਤ ਦਿੱਤਾ। 2 ਪਾਸੇ ਉਹ 3 ਪਾਸੇ ਉਹਨਾਂ ਨੇ ਮੋਰਚਾ ਸਾਂਭੀ ਰੱਖਿਆ। ਇੱਕ ਤਾਂ ਬਾਹਰ ਫਰੰਟ ਦੇ ਉੱਤੇ ਲੜਦੇ ਰਹੇ, ਫੌਜ ਦੇ ਨਾਲ ਰਣਨੀਤੀ ਬਣਾਉਂਦੇ ਰਹੇ, ਜਨਰਲ ਸ਼ਵੇਗ ਸਿੰਘ ਨਾਲ ਮਿਲ ਕੇ ਸਿੰਘਾਂ ਨੂੰ ਪੱਕਿਆਂ ਕਰਦੇ ਰਹੇ ਤੇ ਨਾਲ ਜਿਹੜੀ ਕੂਟਨੀਤੀ ਸੀ ਉਹ ਵੀ ਉਹਨਾਂ ਨੇ ਵਰਤਣ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਤੁਹਾਨੂੰ ਕਿ ਹਰਚੰਦ ਸਿੰਘ ਲੌਂਗੋਵਾਲ ਸੀ ਜਿਹੜਾ, ਗੁਰਚਰਨ ਸਿੰਘ ਟੌੜਾ ਸੀ ਤੇ ਬਾਕੀ ਦੀ ਅਕਾਲੀ ਲੀਡਰਸ਼ਿਪ ਸੀ, ਉਹਨਾਂ ਨੇ ਪੂਰੀ ਤਰ੍ਹਾਂ ਕੌਮ ਨੂੰ ਜਿਹੜਾ ਹੈ ਉਹ ਵੇਚ ਦਿੱਤਾ, ਕੌਮ ਨੂੰ ਪੱਕੇ ਤੌਰ ਦੇ ਉੱਤੇ ਗੁਲਾਮ ਬਣਾ ਦਿੱਤਾ ਦਿੱਲੀ ਦਰਬਾਰ ਦੇ ਕੋਲ, ਇੰਦਰਾ ਗਾਂਧੀ ਦੇ ਕੋਲ ਤੇ ਹਿੰਦੂ ਹੁਕਮਰਾਨਾਂ ਦੇ ਕੋਲ, ਜਿਸ ਦਾ ਖਮਿਆਜ਼ਾ ਅੱਜ ਵੀ ਅਸੀਂ ਭੁਗਤ ਰਹੇ ਹਾਂ। ਤੇ ਆਉਂਦੇ ਸਮੇਂ ਤੱਕ, ਜਦੋਂ ਤੱਕ ਇਹ ਗੱਲ ਚੱਲਦੀ ਰਹਿਣੀ ਹੈ, ਪਤਾ ਨਹੀਂ ਕਦੋਂ ਤੱਕ ਕੌਮ ਦੇ ਜਿਹੜੇ ਇਹ ਦਿਨ ਨੇ ਹਨੇਰਗਰਦੀ ਵਾਲੇ, ਉਹ ਕੌਮ ਨੂੰ ਦੇਖਣੇ ਪੈਣਗੇ, ਕਦੋਂ ਤੱਕ ਇਹ ਦਿਨ ਚੱਲਦੇ ਰਹਿਣਗੇ। ਸੋ ਅੱਜ ਸਾਡਾ 30ਵਾਂ ਐਪੀਸੋਡ ਸੀ, ਅੱਜ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਸਾਰੀਆਂ ਸੰਗਤਾਂ ਜਿਹੜੀਆਂ ਵੀ ਸਾਨੂੰ ਇਸ ਵੇਲੇ ਸੁਣ ਰਹੀਆਂ ਨੇ, ਉਹਨਾਂ ਸਾਰਿਆਂ ਦਾ ਧੰਨਵਾਦ। ਉਹ ਜਿੰਨਾ ਪਿਆਰ ਦਿੰਦੇ ਨੇ, ਸਿਰ ਤੇ ਹੱਥ ਰੱਖਦੇ ਨੇ, ਅਰਦਾਸਾਂ ਕਰਦੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ। ਸੋ ਮਰਦੇ ਮੁਜਾਹਿਦ ਪ੍ਰੋਗਰਾਮ ਦਾ ਭਾਗ 30ਵਾਂ ਅੱਜ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫੇਰ ਮਿਲਾਂਗੇ, ਉਦੋਂ ਤੱਕ ਲਈ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ।